बिस्मिल्लाहिर्रहमानिर्रहीम, अस्सलाम वालेकुम। मैं हूं बिलाल खान और आप देख रहे हैं प्रोग्राम हिसाब। आज के हिसाब में हम लोग मौजूद है लाहौर के इलाका शाहदरा टाउन में। कुछ अरसा कबल यानी कि 3-4 रोज़ पहले रिजवान नामी शख्स को, जो कि 2 बच्चों का बाप था, बड़ी बेदर्दी के साथ सहरी के वक़्त गोलियां मारकर कत्ल कर दिया जाता है और उसके बाद मुल्ज़िमान फ़रार हो जाती है, FIR हो जाती है, लेकिन पुलिस ने अभी तक कोई पेशरफ नहीं की। यानी कि कोई भी मुल्ज़िम अभी तक कटहरों के पीछे नहीं है, यानी कि हवालात में नहीं, आज़ाद घूम रहे हैं। फैमिली में गम है, गुस्सा है, जिसमें उनके बच्चे भी हैं, वालिदैन हैं, रिश्तेदार हैं। अफसोस है। मेरे साथ पूरी फैमिली यहाँ पर मौजूद है। वालिद साहब रो रो कर ये 3-4 दिन से लगातार रो रहे हैं और बच्चे की याद में, बेटे की याद में, क्योंकि एक ही वारिस था अपने बच्चों का। 2 उसके मासूम बच्चे, एक उनके दादा के गोद में है, रिजवान का, मकतूल का बेटा, और एक ये बेटा है जी। 2 बच्चे हैं। अब इनका वाली वारिस नहीं है, वो तो चला गया रिजवान, लेकिन पीछे ये पूरी फैमिली परेशान है, रो रो कर बुरा हाल कर दिया। बाबा जी बहुत अफसोस है ਤੇ ਜਿੰਨਾ ਵੀ ਅਸੀਂ ਕਰੀਏ ਬਹੁਤ ਘੱਟ ਹੈ। ਤੁਸੀਂ ਕੀ ਕਹੋਗੇ ਉਸ ਦਿਨ ਕੀ ਹੋਇਆ ਸੀ, ਕਿਸ ਤਰ੍ਹਾਂ ਗਏ ਸੀ, ਕਰੋ ਕੀ ਕਹਿ ਕੇ ਗਏ ਸੀ ਰਿਜ਼ਵਾਨ ਭਾਈ? ਮਾਈਕ ਥੋੜਾ ਅੱਗੇ ਕਰ ਲਓ। ਮੇਰੇ ਕੋਲ ਰਿਜ਼ਵਾਨ 7:30 ਵਜੇ ਗਿਆ। ਅੱਛਾ। ਮੈਨੂੰ ਕਹਿੰਦਾ ਬੂ ਮੈਂ ਚੱਲਿਆ। ਮੈਂ ਕਿਹਾ ਪੁੱਤਰ ਜਾ, ਖੈਰ ਨਾਲ ਜਾ, ਖੈਰ ਨਾਲ ਆ ਜਾ। ਉਹ ਕੰਮ ਕਰਦਾ ਸ਼ੇਖ ਗੁਸ਼ ਦੇ ਅੱਡੇ 'ਤੇ, ਜਿਹੜਾ ਵੱਡੇ ਮਾਰਕੀਟ ਲਿਜਾਂਦੇ ਜੀ ਜੀ, ਅਤੇ ਉਹ ਲਿਜਾਂਦਾ। ਉਹ ਵੀ ਫਾਰਗ ਹੋ ਜਾਂਦਾ, ਕਿਸੇ ਨੂੰ ਕੋਈ ਬੁਲਾਵੇ ਤਾਂ ਚਲਾ ਵੀ ਜਾਂਦਾ। ਉਹ ਸ਼ਾਮ ਨੂੰ ਲਾਈਟਾਂ ਦੇ ਨਾਲ ਗਿਆ। ਠੀਕ ਹੈ। ਅਤੇ ਅਸੀਂ ਫੋਨ ਕਰਦੇ ਕੀਤਾ, ਕੋਈ ਫੋਨ ਨਹੀਂ ਸਾਡਾ ਹੋਇਆ। ਸਹੀ ਹੈ। ਆਪਣੀ ਬੀਬੀ ਨੇ ਫੋਨ ਕੀਤਾ ਉਹਨੂੰ, ਉਹਨੇ ਕਿਹਾ ਮੈਂ 2 ਵਜੇ ਤੱਕ ਆ ਜਾਵਾਂ। ਅੱਛਾ। ਉਸ ਤੋਂ ਬਾਅਦ ਸਾਨੂੰ ਪਤਾ ਨਹੀਂ ਕੀ ਹੋਇਆ ਕੀ ਨਹੀਂ। ਠੀਕ ਹੈ। 3 ਵਜੇ ਦਾ ਟਾਈਮ ਹੈ, 3:15 3:30 ਦਾ। ਅਤੇ ਉੱਥੇ ਗੋਲੀ ਸੁਣਿਆ, ਕੋਈ ਕਹਿੰਦਾ ਜੀ ਫੋਨ ਆਇਆ, ਉਹ ਕਹਿੰਦੇ ਜੀ ਇਹਨੂੰ ਐਕਸੀਡੈਂਟ ਹੋ ਗਿਆ। ਮੈਂ ਕਿਹਾ ਤੁਹਾਡਾ ਐਕਸੀਡੈਂਟ ਹੋਇਆ, ਮਾੜਾ ਮੋਟਾ ਹੋਇਆ ਹੋਣਾ ਚਲੋ ਖੈਰ। ਅੱਛਾ, ਫੋਨ ਕਾਲ ਆਈ ਤੁਹਾਨੂੰ ਐਕਸੀਡੈਂਟ ਹੋਇਆ? ਇਹ ਕਾਲ ਬੱਚੀ ਦੀ ਆਈ, ਉਹ ਕਹਿੰਦੇ ਕਿ ਮੇਰਾ ਆਦਮੀ ਚਲਾ ਗਿਆ ਉੱਥੇ। ਠੀਕ ਹੈ। ਅਤੇ ਤੁਸੀਂ ਫਿਕਰ ਨਾ ਕਰੋ। ਅੱਛਾ। ਅਤੇ ਮੈਂ ਕਿਹਾ ਚਲੋ ਠੀਕ ਹੈ, ਅਸੀਂ ਠੀਕ ਨਹੀਂ ਆ। ਉਹ 10 ਮਿੰਟ ਨਹੀਂ ਗੁਜ਼ਰੇ ਅਤੇ ਮੇਰਾ ਭਾਈ ਆ ਛੋਟਾ, ਠੀਕ ਹੈ, ਇਹਨੂੰ ਨਾਲ ਲੈ ਕੇ ਮੁੰਡਾ ਚਲਾ ਗਿਆ ਉੱਥੇ, ਗਿਆ ਮਰਿਆ। ਪੁਲਿਸ ਪੁਲਿਸ ਦੀ ਗੱਡੀ ਖਲੋਤੀ, ਕੋਲ ਪੁਲਿਸ ਵੀ ਹੈਗੀ ਹੈ। ਉਹ ਕੋਈ ਜਾਂਦਾ ਨਹੀਂ ਪਿਆ ਉਹਨੂੰ। ਸਹੀ। ਕਿ ਜਾ ਕੇ ਚੁੱਕ ਕੇ ਹਸਪਤਾਲ ਲੈ ਜਾਈਏ। ਉਹ ਫਿਰ ਮਰੇ ਨੂੰ ਚੁੱਕ ਕੇ ਲੈ ਗਏ ਨੇ ਹਸਪਤਾਲ। ਕੀ ਹਾਲਤ ਸੀ ਉਦੋਂ ਰਿਜ਼ਵਾਨ ਦੀ, ਜਦੋਂ ਤੁਸੀਂ ਉਹਨੂੰ ਦੇਖਿਆ ਫਾਇਰ ਲੱਗਾ ਸੀ, ਉਹਨੂੰ ਕਿਸ ਹਾਲਤ ਦੇ ਵਿੱਚ ਸੀ? ਮੈਂ ਨਹੀਂ ਦੇਖਿਆ, ਮੇਰੇ ਕੋਲ ਤੁਰਿਆ ਨਹੀਂ ਜਾਂਦਾ। ਮੈਂ ਤਾਂ ਬਾਪ, ਮੇਰਾ ਭਾਈ ਛੋਟਾ, ਇਹਨੇ ਦੇਖਿਆ, ਇਹ ਗਿਆ। ਠੀਕ ਹੈ। ਇਹਨਾਂ ਜਾ ਕੇ ਵੇਖਿਆ, ਚੁੱਕਿਆ, ਨੱਪਿਆ, ਉਹਨੂੰ ਵੇਖਿਆ, ਜਾ ਕੇ ਖਤਮ ਹੋਇਆ। ਇਹ ਫਿਰ ਹਸਪਤਾਲ ਲੈ ਗਏ। ਮੈਨੂੰ ਹੋਰ ਕੋਈ ਇਲਮ ਨਹੀਂ ਹੈਗਾ ਜੀ ਕਿਸੇ ਕਿਸਮ ਦਾ, ਵੀ ਬੜੀ ਝੂਠ ਨਹੀਂ ਬੋਲਣਾ, ਖੁਲਾਲ ਜਾਣਦੇ ਨਹੀਂ। ਬੇਟਾ ਜਦੋਂ ਘਰੋਂ ਗਿਆ ਸੀ, ਆਖਰੀ ਗੱਲ ਕੀ ਕਰਕੇ ਗਿਆ ਸੀ ਤੁਹਾਡੇ ਨਾਲ? ਮੇਰੇ ਨਾਲ ਕੋਈ ਗੱਲ ਨਹੀਂ ਕੀਤੀ, ਮੇਰੇ ਨਾਲ ਕੋਈ ਗੱਲ ਨਹੀਂ ਕੀਤੀ ਕਿਸੇ ਕਿਸਮ ਦੀ। ਕੋਈ ਹੁੰਦਾ ਅੱਬੂ ਜੀ ਮੈਂ ਜਾ ਰਿਹਾ? ਨਹੀਂ, ਉਹਨੇ ਮੈਨੂੰ ਕਿਹਾ ਅੱਬੂ ਜੀ ਮੈਂ ਚੱਲਿਆ। ਬਸ। ਮੈਂ ਕਿਹਾ ਜਾ ਪੁੱਤਰ ਖੈਰ ਨਾਲ ਜਾ, ਯਾਰ ਨਾ ਜੀ। ਬਸ ਇਹ ਗੱਲ ਕੀਤੀ? ਬਸ ਇਹੀ ਗੱਲ ਕੀਤੀ। ਮੈਂ ਹੋਰ ਕੋਈ ਗੱਲ ਨਹੀਂ ਮੇਰੇ ਨਾਲ ਹੋਈ ਉਹਦੀ ਕਿਸੇ ਕਿਸਮ ਦੀ, ਨਾ ਕੋਈ ਲੜਾਈ ਝਗੜਾ ਕਿਸੇ ਦਾ ਵੀ ਨਹੀਂ, ਕਿਸੇ ਦਾ ਵੀ ਨਹੀਂ। ਤੁਸੀਂ 100 ਬੰਦੇ ਨੂੰ ਪਤਾ ਕਰ ਲਓ ਇੱਥੋਂ, 100 ਦਾ 100 ਕਦੇ ਐਸਾ ਨਹੀਂ। ਇੱਕ ਹਫ਼ਤਾ ਹੋ ਗਿਆ ਹੈ, ਬੱਚਾ ਤੁਹਾਡੀ ਗੋਦ ਵਿੱਚ ਹੈ, ਪਹਿਲੇ ਵੀ ਮੈਂ ਦੇਖਿਆ, ਹੁਣ ਵੀ ਤੁਹਾਡੇ ਗੋਦ ਦੇ ਵਿੱਚ। ਇਹਨਾਂ ਦੇ ਕੀ ਹਾਲ ਹੈ? ਬੋਲਦੇ ਨੇ, ਪਾਪਾ ਨੂੰ ਯਾਦ ਕਰਦੇ ਨੇ? ਪਾਪਾ ਨੂੰ ਭਾਜੀ 8 ਘੰਟੇ ਉਹ ਘਰ ਆਉਂਦਾ ਨਾ, 7 ਘੰਟੇ ਉਹਨੂੰ ਨਾਲ ਰਹਿੰਦੇ ਜੀ। ਇਹ ਹੁਣ ਮੈਂ ਤੁਹਾਨੂੰ ਕਿਸੇ ਨੂੰ ਦੱਸਾਂ, ਮੈਂ ਇਹਨਾਂ ਨੂੰ ਖਿਡਾਉਂਦਾ ਵਾਂ, ਜਿਸ ਵੇਲੇ ਆਵਾਜ਼ ਆ ਗਾਣਾ, ਇਹਨਾਂ ਫਿਰ ਨਹੀਂ ਵੇਖਣਾ ਮੇਰੇ ਕੋਲ ਦਾਦੇ ਨੇ ਫੜਿਆ ਮੈਨੂੰ, ਇਹਨਾਂ ਉਹਦੇ ਕੋਲ ਚਲੇ ਜਾਣਾ। ਵਾਲਦ ਦੀ ਕਮੀ ਤੇ ਪੂਰੀ ਨਹੀਂ ਕਰ ਸਕਦੇ ਨਾ ਜੀ, ਕਮੀ ਹੋ ਹੀ ਨਹੀਂ ਸਕਦੀ ਪੂਰੀ ਕਿਸੇ ਹਿਸਾਬ ਵਿੱਚ। ਇਹ ਬੱਚੇ ਨੇ 3 ਦਿਨ ਤੋਂ 4 ਦਿਨ ਤੋਂ ਪਰੇਸ਼ਾਨ ਨੇ, ਨਿੱਕੇ ਬੱਚੇ ਨੇ। ਮੈਂ ਕੀ ਗੱਲ ਕਰਾਂ, ਮੈਂ ਬੇਲਾਰਾ, ਮੇਰੇ ਬੱਚੇ ਨੂੰ ਵੀ ਟੀਮ ਹੋ ਗਏ, ਮੈਂ ਕਿਸ ਤਰ੍ਹਾਂ ਕੀ ਗੱਲ ਕਰਨੀ ਹੈ? ਕੋਈ ਮਰਜ਼ੀ ਭਾਈ ਤੋਂ ਮਰਜ਼ੀ पुलिस भाई जो ना ले लू गया थाने। मेरे साथ वालदा भी मौजूद है, जितने जिगर था मनो मीठी तले है। लेकिन अफसोस इस चीज़ का है कि पुलिस पेशरफ नहीं करती। इन्वेस्टिगेशन में आगे जाकर बहुत सी गफलत बढ़ती जाती है, जिसका नतीजा ये निकलता है कि मुलजिम आज़ाद घूमते हैं। माँ जी, बेटा सारे औलाद पूरी माँ नूं प्यारी होंदी, चाहे वो बेटी होए चाहे बेटा होए। ਤੁਸੀਂ ਕੀ ਕਹੋਗੇ ਜਦੋਂ ਘਰੋਂ ਨਿਕਲ ਕੇ ਗਿਆ ਸੀ, ਤੁਹਾਡੇ ਨਾਲ ਕੋਈ ਗੱਲ ਕੀਤੀ ਸੀ? ਹੁੰਦਾ ਨਾ ਅਕਸਰ ਅਸੀਂ ਵੀ ਘਰੋਂ ਜਾਂਦੇ ਹਾਂ, ਮਾਂ ਨੂੰ ਪਹਿਲੇ ਮਿਲਨੇ ਆ, ਦੁਆ ਲੈਂਦੇ ਹਾਂ, ਕੋਈ ਗੱਲਬਾਤ ਹੋਏ ਅਸੀਂ ਕਰਨੇ ਆ, ਉਹਨਾਂ ਨਾਲ ਸ਼ੇਅਰ ਕਰਨੇ।
ਕੋਈ ਗੱਲ ਕੀਤੀ ਸੀ ਰਿਜ਼ਵਾਨ ਨੇ? कुछ भी नहीं आते खलोता है इतों अंदर चला लेट गया जाके उठे नहाता है कपड़े पाए अम्मी मैं चलना बस ਫਿਰ ਇਤਲਾਹ ਕਿਸ ਤਰ੍ਹਾਂ ਮਿਲੀ ਤੁਹਾਨੂੰ? ਤੁਸੀਂ ਜਾਗ सानी ਰਹੇ ਸੀ? तुला जिस तरह इन्होंने दसिया वे ਅੱਛਾ, ਉਹਨੇ ਦੋਸਤ ਕਿਸੇ ਨੇ ਫੋਨ ਕੀਤਾ ਵੇ ਕਿ ਰਜ਼ਵਾਨ ਦਾ ਐਕਸੀਡੈਂਟ ਹੋ ਕਿੰਨੇ ਗਿਆ ਬੇਟੇ ਨੇ ਤੁਹਾਡੇ? ਦੋ ਇਹ ਛੋਟਾ ਸੀ ਕਿ ਵੱਡਾ ਸੀ? ਛੋਟਾ ਇਹ ਛੋਟਾ ਸੀ। ਇਹ ਛੋਟਾ ਸੀ। ਪਿਆਰ ਕਰਦਾ ਸੀ ਤੁਹਾਨੂੰ? ਪਿਆਰ ਪਿਆਰ ਤੇ ਪਿਆਰ ਹੀ ਹੈ ਨਾ ਪਿਆਰ ਤੁਸੀਂ ਕੀ ਤੁਹਾਨੂੰ ਦੱਸੀਏ ਹੁਣ ਪਿਆਰ ਦਾ ਜੀ ਬਾਤ ਇਹੋ ਜਿਹਾ ਬੱਚਾ ਘੱਟ ਲੱਭਣਾ ਸਾਨੂੰ ਹੋਰ ਕੁਝ ਨਹੀਂ ਸਾਨੂੰ ਇਨਸਾਫ ਚਾਹੀਦਾ ਬਸ ਸਾਡੇ ਬੱਚੇ ਦਾ ਖੂਨ ਦਾ ਮੁੱਲ ਚਾਹੀਦਾ ਸਾਨੂੰ ਸਾਡੇ ਦੋ ਨਿੱਕੇ ਨਿੱਕੇ ਬੱਚੇ ਬੇਸਹਾਰਾ ਹੋ ਗਏ ਨੇ ਕੀ ਸੰਬੰਧ ਨਹੀਂ ਹੈਗਾ ਅੱਗੇ ਗੱਲਾਂ ਨਹੀਂ ਦੇਣੀ ਕੀ ਮੈਂ ਕਰਾਂ ਤੁਸੀਂ ਕੀ ਕਹੋਗੇ ਮਾਂ ਜੀ, ਕੀ ਹੋਣਾ ਚਾਹੀਦਾ ਕਿਤੇ ਕਿ ਤੁਸੀਂ ਇਸ ਤਰ੍ਹਾਂ ਦੀ ਕੋਈ ਅਪੀਲ ਕਰੋਗੇ? ਵਜ਼ੀਰ ਆਜ਼ਮ ਹੈ, ਵਜ਼ੀਰ ਆਲਾ ਹੈ ਪੰਜਾਬ ਵਿੱਚ, IG ਹੈ। ਉਹ ਅੱਗੇ ਸੁਣਦੇ ਨੇ ਕਿਸੇ ਦੀ ਜਿੰਨਾ ਅੱਗੇ ਅਪੀਲ ਕਰਨੀ ਹੈ ਉਹ ਤਾਂ ਸੁਣਦਾ ਹੀ ਨਹੀਂ ਕਿਸੇ ਦੀ ਜੋ ਅਪੀਲ ਕੀ ਕਰਨੀ ਸਾਡੇ ਨਿੱਕੇ ਨਿੱਕੇ ਯਤੀਮ ਹੋ ਗਏ ਨੇ ਇਹਨਾਂ ਦਾ ਰੱਬ ਵਾਰਸ ਸੋਨਾ ਪਾਕ ਪਰਵਰਦੀਗਾਰ ਵਾਰਸ ਹੈ ਅਸੀਂ ਇਹਨਾਂ ਕੋਲੋਂ ਕੀ ਅਪੀਲ ਕਰਨੀ ਤੇ ਕੀ ਲੈ ਕੇ ਦੇ ਇਹ ਬੱਚੇ ਯਾਦ ਕਰਦੇ ਨੇ ਪਾਪਾ ਨੂੰ? ਇਹ ਹਫਤਾ ਹੋ ਗਿਆ ਪੂਰਾ ਕਿ ਇਹਨਾਂ ਨੇ ਕਦੀ ਪਾਪਾ ਪੁੱਛਿਆ, ਨੂੰ ਬੇਟੇ ਨੇ ਉਹਨਾਂ ਕਦੀ ਦੇ ਕਿਹਾ ਕਿ ਪਾਪਾ ਦਾ ਪਾਪਾ ਇੱਕ ਕਿੱਥੇ? ਮਿੰਟ ਦਾ ਤੇ ਇਨਸਾਨ ਹੀ ਸਾਨੂੰ ਖਾਂਦੇ ਉਹਨਾਂ ਨੂੰ ਸਿਰਫ 7 ਘੰਟੇ ਨਾ ਮੇਰਾ ਪਾਪਾ ਸੌਦੀਆ ਚਲਾ ਗਿਆ ਪਾ ਕੇ ਫੁੱਲ ਬੇਟਾ ਕਹਿੰਦਾ ਹਾਂਜੀ ਸਿਰਫ 7 ਘੰਟੇ ਨੂੰ ਕਰਦੇ ਸਨ ਮੋਟਰਸਾਈਕਲ ਤੇ ਬਈ ਅਜੂਨ ਦੱਸ ਬਾਬਾ ਨੇ ਗੱਲ ਸੁਣਾ ਅੱਬਾ ਜਾਨ ਪਰੇਸ਼ਾਨ ਹੋ ਜਾਂਦਾ ਹੈ ਪਰੇਸ਼ਾਨ ਪਰੇਸ਼ਾਨ ਹੋ ਜਾਂਦਾ ਨਿੱਕੇ ਨਿੱਕੇ ਨੇ ਇਹਨਾਂ ਦਾ ਕੋਈ ਸਹਾਰਾ ਨਹੀਂ ਮਾਰ ਕੇ ਤੇ ਜਿਹੜਾ ਚਲਾ ਗਿਆ ਉਹ ਚਲਾ ਗਿਆ ਇਹ ਪਿੱਛੋਂ ਇਹ ਸਾਰੇ ਬੱਚੇ ਨੇ ਸਾਨੂੰ ਮਾਰ ਕੇ ਸੁੱਟ ਗਿਆ ਐਡਾ ਜਵਾਨ ਮੇਰਾ ਪੁੱਤਰ ਘੱਟ ਮਾਵਾਂ ਦੇ ਪੁੱਤਰ ਜਵਾਨ ਹੋਣਗੇ ਸਿਹਤਮੰਦ ਸੀ, ਮੈਂ ਦੇਖਿਆ ਤਸਵੀਰਾਂ ਦੇ ਵਿੱਚ ਅੱਛਾ ਖਾਸਾ ਸਿਹਤਮੰਦ ਸੀ। ਹਾਂਜੀ, ਸਿਹਤ ਸੀ। ਘੱਟ ਮਾਵਾਂ ਦੇ ਬੱਚੇ ਹੋ ਜਾ ਜਵਾਨ ਹੋਣਗੇ ਜੋ ਜਿਹਾ ਸਾਡਾ ਬੱਚਾ ਜਵਾਨ ਸੀ ਸਰ ਜੀ, ਤੁਹਾਡਾ ਰਿਜ਼ਵਾਨ ਨਾਲ ਕੀ ਰਿਸ਼ਤਾ ਹੈ ਤੇ ਥੋੜੀ ਜਿਹੀ ਤਫਸੀਲ ਦੱਸੋ ਕਿ ਕੀ ਹੋਇਆ ਸੀ ਉਸ ਦਿਨ? ਤੁਸੀਂ ਤੇ ਜ਼ਾਹਿਰ ਨਸਪਜ ਕੀਤੀ ਹੋਣੀ ਉੱਥੇ। ਸਰ ਜੋ ਮਾਸ਼ਾਅੱਲਾ ਛੋਟਾ ਭਰਾ ਵੀ ਸੀ, ਠੀਕ ਹੈ, ਦੋਸਤ ਵੀ ਸੀ ਸਹੀ, ਤੇ ਚਾਚੇ ਦਾ ਬੇਟਾ ਵੀ ਸੀ। ਠੀਕ ਹੈ, ਸਾਡੇ ਪੂਰੇ ਖਾਨਦਾਨ ਦੇ ਵਿੱਚ ਸਭ ਦਾ ਹੀ ਲਾਡਲਾ ਸੀ, ਸਭ ਦਾ ਹੀ। ਅਸੀਂ ਸਿਆਲ ਕਰਨ ਚੱਲੇ ਆ, ਖੰਜਰਾਬ ਤੱਕ ਗਏ ਆ, ਸਾਡੇ ਨਾਲ ਹੀ ਪੂਰੀ ਫੈਮਿਲੀ ਗੱਡੀਆਂ ਕਰਾ ਗਏ ਆ। ਉਹਨੇ ਹੀ ਪਕਾਣਾ ਹੈ, ਅੱਛਾ, ਸਭ ਨੂੰ ਡਿਵਾਈਡ ਉਹਨੇ ਹੀ ਕਰਨਾ ਹੈ। ਕਿਸੇ ਨੂੰ ਅਗਰ ਉਹਦੀ ਗੱਲ ਦਾ ਗੁੱਸਾ ਲੱਗਾ ਵੀ ਇਹਨਾਂ ਵਕਤੀ ਤੌਰ ਲੱਗਿਆ ਉਸ ਵਾਰ ਫਿਰ ਅਸੀਂ ਉਂਝ ਹੀ ਹੋ ਗਏ ਹਾਂ। ਉਹ ਗੱਲ ਕੱਢ ਦਿੰਦਾ ਸੀ, ਠੀਕ ਹੈ, ਹੈ ਜੀ। ਲੇਕਿਨ ਗੱਲ ਹੈਗੀ ਕਿ ਜੀ ਉਹਦਾ ਅਸੀਂ ਗੱਲਾਂ ਸੁਬਾਹ ਮੈਂ ਉੱਠਣਾ ਵਾ, ਮੈਂ ਮੋਬਾਈਲ ਔਨ ਕਰਨਾ, ਮੈਂ ਉਹ ਤਸਵੀਰ ਦੇਖਣਾ ਵਾ, ਮੈਂ ਰੋਣ ਲੱਗ ਪੈਣਾ। ਰਾਤ ਨੂੰ ਸੌਣ ਲੱਗਣਾ ਵਾ, ਮੈਂ ਉਹ ਤਸਵੀਰ ਦੇਖਣਾ ਵਾ, ਮੇਰੀਆਂ ਅੱਖਾਂ ਭੜਾਉਂਦੀਆਂ ਨੇ ਕਿ ਯਾਰ ਕਿਸੇ ਨੂੰ ਕੀ ਇਸ ਬੰਦੇ ਕੋਲੋਂ ਲੈਣਾ ਸੀ? ਤੁਸੀਂ ਪੈਸਾ ਲੈਣਾ ਹੈ, ਗੱਡੀ ਲੈਣੀ ਹੈ, ਕੋਈ ਮਾਮਲਾ ਨੇ ਉਹਨੂੰ ਯਾਰ ਲੱਤ 'ਤੇ ਫੈਰ ਮਾਰ ਦਿਓ, ਉਹਨੂੰ ਕੋਈ ਮਾਰ ਕੁੱਟ ਦੇਵੋ, ਤੁਸੀਂ ਜਾਨੋਂ ਹੀ ਮਾਰਤਾ ਯਾਰ। ਸਿਰਫ ਇਹ ਸੋਚ ਸੋਚ ਕੇ ਅਸੀਂ ਸਾਰਾ ਦਿਨ ਪਰੇਸ਼ਾਨ ਹੁੰਦੇ ਹਾਂ। ਫਿਰ ਜਾਂਦੇ ਹਾਂ ਥਾਣੇ ਜਾ ਕੇ ਉਹਨਾਂ ਨੂੰ ਕਹਿੰਦੇ ਹਾਂ ਸਰ ਕੀ ਬਣਿਆ? ਪੁੱਛਣਾ ਸਾਡਾ ਫਰਜ਼ ਬਣਦਾ ਹੈ, ਸਾਡਾ ਬੰਦਾ ਦੁਨੀਆ ਤੋਂ ਗਿਆ। ਉਹ ਕਹਿੰਦੇ ਅਸੀਂ ਆਪਣੀ ਕਾਰਵਾਈ ਕਰਨੇ ਪਏ ਹਾਂ। ਅੱਛਾ, ਉਸ ਦਿਨ ਤੁਸੀਂ ਦੱਸੋ ਜਦੋਂ ਤੁਸੀਂ ਮੌਕੇ ਤੇ ਗਏ ਹੋ ਕਿਸ ਪੋਜੀਸ਼ਨ ਦੇ ਵਿੱਚ ਸੀ? ਗੋਲੀ ਕਿੱਥੇ ਲੱਗੀ ਸੀ ਉਹਨੂੰ ਔਰ ਕਿਧਰੋਂ ਪਾਰ ਹੋਈ ਹੈ ਗੋਲੀ? ਸਾਰੀ ਸੂਰਤ ਹਾਲ ਜ਼ਰਾ। ਗੋਲੀ ਉਹਨੂੰ ਜੀ ਬੈਗ ਤੇ ਲੱਗੀ ਏ, ਉਹ ਅਸੀਂ ਦਿਖਾ ਰਹੇ ਹਾਂ, ਮੈਂ ਤਸਵੀਰਾਂ ਤਸਵੀਰਾਂ ਸਕਰੀਨ ਤੇ ਭੇਜੀਆਂ ਚੱਲ ਰਹੀਆਂ ਨੇ। ਮੈਂ ਬੈਗ ਤੇ ਉਹਨੂੰ ਲੱਗੀ ਗੋਲੀ ਲੱਗ ਕੇ ਬੈਗ ਤੋਂ ਇਹ ਦਿਲ ਚੋਂ ਕ੍ਰਾਸ ਕਰਕੇ ਤੇ ਇਸ ਜਗ੍ਹਾ ਤੋਂ ਗੋਲੀ ਬਾਹਰ ਨਿਕਲੀ ਹੈ, ਠੀਕ ਹੈ, ਇਸ ਜਗ੍ਹਾ ਤੋਂ। ਫਿਰ ਜਦੋਂ ਮੈਂ ਉਹਨੂੰ ਉੱਥੋਂ ਆਇਆ ਪਹੁੰਚਿਆ, ਡਰਾਈਵਰ ਵਾਲੀ ਸੀਟ ਤੇ ਸੀ ਜਾਂ ਡਰਾਈਵਰ ਵਾਲੀ ਸੀਟ ਤੇ, ਠੀਕ ਹੈ, ਫਿਰ ਜਦੋਂ ਮੈਂ ਉੱਥੇ ਪਹੁੰਚਿਆ ਵਾਂ ਤੇ ਜਾ ਕੇ ਨਾ ਮੈਂ ਪੁਲਿਸ ਵਾਲਿਆਂ ਨੂੰ ਕਹਿਣਾ ਪਿਆ ਸਰ ਤੁਸੀਂ ਬੰਦਾ ਇੱਥੇ ਵਿੱਚ ਪਾਇਆ ਹੈ ਗੱਡੀ ਦੇ ਵਿੱਚ, ਕਮ ਸੇ ਕਮ ਤੁਸੀਂ ਆਪਣੀ ਕਾਰਵਾਈ ਕਰੋ, ਉਹਨੂੰ ਗੱਡੀ 'ਚ ਬਿਠਾਓ, ਉਹਨੂੰ ਥਾਣੇ ਉਹਨੂੰ ਹਸਪੀਟਲ ਲੈ ਕੇ ਜਾਓ ਕਮ ਸੇ ਕਮ ਤੁਸੀਂ। ਐ ਤਾਂ ਨਹੀਂ ਕਿ ਤੁਸੀਂ ਬਿਲਕੁਲ ਛੁੱਟਿਆ। ਕਹਿੰਦੇ ਜੀ ਉਹ 1122 ਵਾਲੇ ਆਏ ਨੇ ਤੇ ਉਹਨਾਂ ਨੇ ਕਿਹਾ ਜੀ ਐਕਸਪਾਇਰ ਹੋ ਗਏ। ਮੈਂ ਕਿਹਾ ਯਾਰ ਉਹ ਕੋਈ ਡਾਕਟਰ ਤਾਂ ਨਹੀਂ ਹੈਗੇ ਹੈ। ਫਿਰ ਵੀ ਸ਼ਾਇਦ ਇਨਸਾਨ ਨੂੰ ਇੱਕ ਤਸੱਲੀ ਨਹੀਂ ਹੁੰਦੀ ਕਿ ਯਾਰ ਬੰਦਾ ਕਹਿੰਦਾ ਯਾਰ ਸ਼ਾਇਦ ਕਿਸੇ ਨਾ ਕਿਸੇ ਜਗ੍ਹਾ ਤੋਂ ਕੋਈ ਸਾਹ ਬਾਕੀ ਹੋਵੇ। ਮੈਨੂੰ ਜ਼ਬਰਦਸਤੀ ਪੁਲਿਸ ਦੀ ਬਿਆਨ ਦੇ ਰਾਹ ਪਾ ਕੇ ਅਸੀਂ ਉਹਨੂੰ ਮੈਂ ਫਿਰ ਹਸਪੀਟਲ ਲੈ ਗਿਆ। ਅੱਛਾ, ਉੱਥੇ ਜਦੋਂ ਪਹੁੰਚਿਆ ਜਾ ਕੇ ਉਹਨਾਂ ਨੇ ਦੇਖਿਆ ਦੁੱਖਿਆ, ਉਹਨਾਂ ਨੇ ਕਿਹਾ ਜੀ ਇਹ ਐਕਸਪਾਇਰ ਹੋ ਗਿਆ ਜੀ। ਸਾਨੂੰ ਆਪਣੀ ਪੈ ਗਈ। ਉਹ ਉੱਥੋਂ ਉਹਨਾਂ ਨੇ ਮੁਰਦੇਖਾਨੇ ਮੁੰਤਕਿਲ ਕਰਤਾ। ਅੱਛਾ, ਪੁਲਿਸ ਵਾਲੇ ਆ ਗਏ ਨੇ ਜੀ, ਸਾਰੇ ਇਕੱਠੇ ਹੋ ਰਹੇ ਨੇ ਜੀ। ਹਾਂਜੀ ਇਹ ਉਹਨਾਂ ਜੀ ਦਾ ਭਰਾ ਕੌਣ ਹੈ ਜੀ, ਫਲਾਣਾ ਕੌਣ ਹੈ ਜੀ, ਇਹ ਜਿਹੜੇ ਨਾਲ ਬੰਦੇ ਸਨ ਉਹਨਾਂ ਦਾ ਨਾਂ ਫੋਨ ਨੰਬਰ ਲਿਖਦੇ ਪਏ ਨੇ ਜੀ। ਤੇਰਾ ਫੋਨ ਨੰਬਰ ਕੀ ਹੈ, ਤੇਰਾ ਫੋਨ ਨੰਬਰ ਕੀ ਹੈ, ਕਿਸ ਤਰ੍ਹਾਂ ਹੋਇਆ। ਫਿਰ ਜੀ ਬੰਦੇ ਪਿੱਛੋਂ ਆਏ ਨੇ ਜੀ, ਉਹਨਾਂ ਨੇ ਆ ਕੇ ਜੀ ਕਿਹਾ ਗਾਲਾਂ ਕੱਢੀਆਂ ਨੇ, ਗੱਡੀ ਰੋਕ। ਇਹਨੇ ਗੱਡੀ ਨਹੀਂ ਰੋਕੀ ਤੇ ਉਹਨੇ ਫਾਇਰ ਕੱਢ ਮਾਰਿਆ। ਮੈਂ ਸੁੱਤਾ ਸਾਂ, ਇਹ ਜਾਗਦਾ ਪਿਆ ਸੀ।
ਮੈਂ ਕਿਹਾ ਯਾਰ ਚਲੋ ਇਹੀ ਅਸੀਂ ਮੰਨ ਲੈਂਦੇ ਆ ਕਿ ਠੀਕ ਹੈ ਜੀ, ਕਹਿੰਦੇ ਪਏ ਨੇ ਜੀ ਗੱਡੀ ਨਹੀਂ ਰੋਕੀ ਹੈ, ਡਕੇਤ ਹਨ ਜੀ। ਲੇਕਿਨ ਡਕੇਤ ਹਨ ਤੇ ਯਾਰ ਡਕੈਤੀ ਕਰਨ ਵਾਸਤੇ ਬੰਦਾ ਘਰੋਂ ਆਇਆ ਤੇ ਉਹਦੇ ਨਾਲ ਪੈਸੇ ਲੁੱਟ ਕੇ ਜਾਣੇ ਨੇ, ਮੋਬਾਈਲ ਲੈ ਕੇ ਜਾਣੇ ਨੇ। ਜ਼ਾਹਿਰ ਹੈ ਜੇਬ ਵਿੱਚੋਂ ਤਲਾਸ਼ੀ ਲੈਣ, ਗੱਡੀ ਹੈ ਉਹਦੇ ਕੋਲ, ਤੁਹਾਨੂੰ ਮੋਬਾਈਲ ਗੱਡੀ ਹੈ। ਦੋ ਨੂੰ ਬਾਹਰ ਲਾਣ, ਠੀਕ ਇੱਕ ਨੂੰ ਤੁਸੀਂ ਫਾਇਰ ਮਾਰ ਦਿੱਤਾ ਹੈ, ਦੂਜੇ ਨੂੰ ਤੁਹਾਨੂੰ ਗੱਡੀ ਚੋਂ ਬਾਹਰ ਲਾਣ, ਹਾਂ ਵੀ ਲਿਆਓ ਤੁਹਾਡੇ ਕੋਲ ਦੋਵਾਂ ਕੋਲ ਪਿਸਟਲ ਉਹਨਾਂ ਕੋਲ, ਤੁਸੀਂ ਦਿਨ ਹੱਤੇ ਹੋ। ਅੱਛਾ, ਉਹ ਰਿਜ਼ਵਾਨ ਦੇ ਨਾਲ ਵੀ ਕੋਈ ਬੈਠਾ ਸੀ? ਦੋ ਦੋਸਤ ਹਨ ਜੀ। ਤੇ ਉਹ ਕੀ ਕਹਿੰਦੇ ਨੇ? ਉਹਨਾਂ ਨੂੰ ਕੁਝ ਵੀ ਨਹੀਂ ਕਿਹਾ? ਉਹਨਾਂ ਨੂੰ ਹੁਣ ਉਹ ਪੁਲਿਸ ਕਹਿੰਦੀ ਵੀ ਨਹੀਂ ਸੀ ਇਹਨਾਂ ਨੂੰ ਆਪਣੇ ਸ਼ਾਮਲੇ ਤਫਤੀਸ਼ ਕਰਨੇ ਪਏ ਆ ਤੁਸੀਂ, ਤੇ ਡੇਲੀ ਆ ਜਾ ਰਹੇ ਨੇ, ਤਫਤੀਸ਼ ਕਰਦੇ ਪਏ, ਪੁੱਛਦੇ ਗਿੱਛਦੇ ਪਏ, ਹੁਣ ਵੀ ਥੋੜੇ ਦੇਰ ਪਹਿਲੇ ਹੋ ਕੇ ਗਏ ਨੇ। ਤੇ ਮੈਂ ਸਿਰਫ ਇਹ ਕਹਿਣਾ ਚਾਹੁੰਦਾ ਵਾਂ ਜੀ, ਦੇਖੋ ਕਿ ਸਾਡੇ ਇਲਾਕੇ ਦੇ ਵਿੱਚ ਦਿਨ ਦਿਹਾੜੇ ਚੋਰੀਆਂ, ਡਕੈਤੀਆਂ, ਕਤਲ, ਇਹ ਉਹ ਵਾਰਦਾਤਾਂ ਇੰਨੀਆਂ ਕਿਉਂ ਹੋ ਰਹੀਆਂ? ਮਤਲਬ ਹੈ ਕਿ ਜਰਾਇਮ ਪੇਸ਼ਾ ਲੋਕ ਜਿਹੜੇ ਨੇ ਉਹ ਜ਼ਿਆਦਾ ਮਜ਼ਬੂਤ ਨੇ। ਸਾਡੀ ਫੋਰਸ ਜਿਹੜੀ ਹੈ ਜਾਂ ਸਾਡੀ ਜਿਹੜੀ ਪੁਲਿਸ ਹੈ ਉਹ ਕਮਜ਼ੋਰ ਇਹਨਾਂ ਦੇ ਅੱਗੇ ਹੋ ਗਈ ਨਾ। ਅਸੀਂ ਤਾਂ ਇਹੀ ਸਮਝਾਂਗੇ ਕਿ ਯਾਰ ਅੱਛਾ, ਯਾਨੀ ਕਿ ਇਹਨੂੰ ਡਕੈਤੀ ਦਾ ਰੰਗ ਦਿੱਤਾ ਜਾ ਰਿਹਾ ਸੀ ਸ਼ੁਰੂ ਦੇ ਵਿੱਚ। ਉਹ ਦੇਖੋ ਜੀ, ਅੱਛਾ, ਕਹਿੰਦੇ ਇਹੀ ਪੇਸ਼ ਹਨ ਕਿ ਜੀ ਡਕੈਤ ਆਏ ਨੇ, ਉਹ ਕਤਲ ਕਰਕੇ ਤੇ ਚਲੇ ਗਏ ਨੇ। ਲੇਕਿਨ ਅਸੀਂ ਕਹਿੰਦੇ ਹਾਂ ਕਿ ਯਾਰ ਅਗਰ ਡਕੈਤ ਆਏ ਨੇ, ਕਤਲ ਕਰਕੇ ਚਲੇ ਗਏ ਨੇ, ਲੁੱਟ ਕੇ ਕਿਉਂ ਨਹੀਂ ਗਏ? ਪੈਸੇ ਲੈ ਕੇ ਜਾਣਾ ਜੀ। ਹਾਂ, ਜੇਬ ਵਿੱਚ ਮੋਬਾਈਲ। ਮੈਂ ਘਰੋਂ ਮਿਸ਼ਨ ਤੇ ਨਿਕਲਿਆ ਕਿ ਮੈਂ ਪੈਸੇ ਲੁੱਟਣੇ ਨਾ ਕੋਲ, ਖੋਣੇ ਨੇ ਨਾ ਕੋ, ਹਰ ਚੀਜ਼ ਮੈਂ ਖੋਕਲ ਜਾਣੀ ਹੈ। ਬੰਦਾ ਵੀ ਮਾਰਤਾ ਤੇ ਲੈ ਕੇ ਵੀ ਕੁਛ ਨਹੀਂ ਗਏ, ਤੁਹਾਨੂੰ ਉਹਨਾਂ ਨੂੰ ਇੰਜ ਵੀ ਨਹੀਂ, ਟੱਚ ਵੀ ਨਹੀਂ ਕੀਤਾ, ਛੱਡ ਕੇ ਚਲੇ ਗਏ ਨੇ। ਇਹ ਕਿਸੇ ਡਕੈਤ ਸਨ। ਤੇ ਬਹਰਹਾਲ ਮੈਂ ਸਾਡੇ ਇਲਾਕੇ 'ਚ ਕੋਈ ਰਾਤ ਨੂੰ ਬੰਦਾ ਪਤਾ ਕਿ ਯਾਰ ਇੱਥੇ ਵਾਰਦਾਤ ਹੁੰਦੀਆਂ ਪਈਆਂ ਨੇ, ਕੋਈ ਨਾਕੇ ਲਗਾਓ, ਦੇਖੋ ਜਾ ਕੇ ਬੰਦਿਆਂ ਨੂੰ ਫੜੋ, ਕਿਹੜੇ ਹਰ ਚੀਜ਼ ਦੀ ਤਕਰੀਬਨ ਜਿਹੜੇ ਪੁਲਿਸ ਵਾਲੇ ਵੱਡੇ ਅਫਸਰ ਨੇ ਜੀ, ਜਿਹੜੇ ਇਸ ਇਲਾਕੇ ਦੇ ਹੋਲਡਰ ਨੇ, ਉਹਨਾਂ ਕੋਲ ਪੂਰੀ ਇਨਫੋਰਮੇਸ਼ਨ ਹੁੰਦੀਆਂ ਨੇ ਕਿ ਕਿਹੜਾ ਬੰਦਾ ਕਿੱਥੇ ਕੀ ਕਰਦਾ ਪਿਆ। ਐਡੇ ਬੇਖਬਰ ਨਹੀਂ ਹੈ, ਬਿਲਕੁਲ ਸੁੱਤੇ ਨੇ ਆਰਾਮ ਦੇ ਨਾਲ, ਬਈ ਜੋ ਦਿਲ ਕਰੇ ਜਿੱਦਾਂ ਮਰਜ਼ੀ। ਫਿਰ ਅਸੀਂ ਵੀ ਹਥਿਆਰ ਚੁੱਕ ਲਈਏ, ਅਸੀਂ ਵੀ ਇਹੋ ਜਿਹੇ ਕੰਮ ਕਰੀਏ ਨਾ। ਫਿਰ ਸਹੀ, ਅਗਰ ਸਾਨੂੰ ਇਨਸਾਫ ਨਹੀਂ ਮਿਲਦਾ ਪਿਆ, ਸਾਡਾ ਕਾਨੂੰਨ ਇਸ ਕਾਬਲ ਨਹੀਂ ਹੈਗਾ, ਫਿਰ ਮੈਂ ਵੀ ਹਥਿਆਰ ਚੁੱਕਾਂ, ਭਾਈ ਵੀ ਹਥਿਆਰ ਚੁੱਕੇ, ਤੁਸੀਂ ਵੀ ਹਥਿਆਰ ਚੁੱਕੋ, ਅਸੀਂ ਫਿਰ ਆਪਣਾ ਇਨਸਾਫ ਆਪ ਲਈਏ ਜਾ ਕੇ ਲੋਕਾਂ ਕੋਲੋਂ। ਸਾਨੂੰ ਯਕੀਨ ਹੋਣਾ ਚਾਹੀਦਾ ਕਿ ਸਾਡੀ ਕੋਲ ਮੈਨੂੰ ਬੜਾ ਯਕੀਨ ਹੈ ਕਿ ਸਾਨੂੰ ਇਨਸਾਫ ਮਿਲੇਗਾ, ਜਿਸ ਤਰ੍ਹਾਂ ਸਾਨੂੰ ਉਹ ਯਕੀਨ ਦਿਲਾਈ ਕਰਾਉਂਦੇ ਬਣੇ ਕਿ ਜੀ ਤੁਸੀਂ ਫਿਕਰ ਨਾ ਕਰੋ, ਅਸੀਂ ਹੱਥ ਤੱਕ ਪਹੁੰਚ ਚੁੱਕੇ ਹਾਂ। ਮਜ਼ੀਦ ਇੰਸ਼ਾਅੱਲਾਹ ਤੁਸੀਂ ਦੁਆ ਕਰੋ। ਅਸੀਂ ਤੇ ਹਰ ਨਮਾਜ਼ ਦੁਆ ਪੇ ਕਰਨੀ। ਜਿੱਥੇ ਗੋਲੀਆਂ ਮਾਰੀ ਗਈ, ਇੱਕ ਗੋਲੀ ਮਾਰੀ ਉਹਨਾਂ ਨੇ? ਇੱਕ ਗੋਲੀ ਮਾਰੀ। ਠੀਕ ਹੈ, ਜਿੱਥੇ ਮਾਰੀ ਸੀ ਉੱਥੇ ਕੋਈ ਸੀਸੀਟੀਵੀ ਫੁਟੇਜ ਹੋਵੇ ਜਾਂ ਕੈਮਰਾ, ਇਹ ਕੋਈ ਚੀਜ਼ਾਂ ਆਈਆਂ ਨੇ? ਉਹਨਾਂ ਨੇ ਜੀ ਦੇਖਿਆ ਜੀ, ਕਹਿੰਦੇ ਨੇ ਜੀ ਕੈਮਰੇ ਅਸੀਂ ਦੇਖੇ ਨੇ, ਕੁਝ ਕੈਮਰੇ ਚੱਲਦੇ ਪਏ ਨੇ ਤੇ ਕੁਝ ਨਾ ਹੋਣ ਦੇ ਬਰਾਬਰ ਨੇ। ਅੱਛਾ, ਸਿਰਫ ਇੱਕ ਚੀਜ਼ ਰੱਖੀ ਜੀ, ਕੈਮਰਾ ਲੱਗਿਆ ਹੈ ਲੇਕਿਨ ਉਹ ਚੱਲਦਾ ਨਹੀਂ ਪਿਆ। ਦੇਖੋ ਜੀ, ਇਲਾਕੇ ਦੇ ਵਿੱਚ ਮੇਨ ਸ਼ਾਇਰਾਂ ਜਿਹੜੀਆਂ ਨੇ, ਮੇਨ ਜਿਹੜੇ ਰੋਡ ਨੇ, ਤਾਂ ਗੌਰਮੈਂਟ ਨੂੰ ਖੁਦ ਚਾਹੀਦਾ ਕਿ ਉੱਥੇ ਆਪਣੇ ਕੈਮਰੇ ਲਗਾਏ। ਹੁਣ ਤਾਂ ਜਦੀਦ ਦੌਰ ਨੇ, ਮੋਬਾਈਲਾਂ ਦੇ ਉੱਤੇ ਤੁਸੀਂ ਉਸ ਟਾਈਮ ਦੇਖੋਗੇ ਯਾਰ, ਉਸ ਮੋਬਾਈਲ ਦੇ ਉੱਤੇ ਉਸ ਟਾਈਮ ਜਿਹੜਾ ਵਕਤ ਹੈ, ਉਹ ਇਲਾਕੇ 'ਚ ਕਿੰਨੇ ਕੁ ਮੋਬਾਈਲ ਉਸ ਟਾਈਮ ਔਨ ਸਨ, ਕਿੰਨੀਆਂ ਕੁ ਗੁਫ਼ਤਗੂ ਹੁੰਦੀ ਵੀ, ਸੈਟਲਾਈਟ ਸਿਸਟਮ ਹੈ ਨਾ। 3-4 ਵਜੇ ਦਾ ਟਾਈਮ ਸੀ ਨਾ, ਸ਼ਾਰਟ ਇਹਨਾਂ ਰਸ਼ ਵੀ ਨਹੀਂ ਹੁੰਦਾ, ਰਸ਼ ਵੀ ਨਹੀਂ ਹੁੰਦਾ। ਠੀਕ ਹੈ ਜੀ। ਤੇ ਬਹਰਹਾਲ ਉਹਨੂੰ ਚਾਹੀਦਾ ਕਿ ਇਹ ਚੀਜ਼ ਨੂੰ ਅੱਜ ਹਫਤਾ ਹੋ ਚੱਲਿਆ ਇਸ ਗੱਲ ਨੂੰ, ਤੇ ਉਹਨੂੰ ਬੰਦੇ ਸਾਹਮਣੇ ਆਉਣੇ ਚਾਹੀਦੇ ਨੇ ਕਿ ਯਾਰ ਕਿਹੜੇ ਬੰਦੇ ਨੇ। ਸਿਰਫ ਅਸੀਂ ਇਹ ਦੇਖਣਾ ਚਾਹੁੰਦੇ ਕਿ ਯਾਰ ਇਹ ਬੰਦੇ ਕੌਣ ਨੇ, ਇਹਨਾਂ ਨੇ ਕੰਮ ਕਿਉਂ ਇਸ ਤਰ੍ਹਾਂ ਕੀਤਾ ਹੈ। ਅੱਛਾ, ਜਿਸ ਤਰ੍ਹਾਂ ਤੁਸੀਂ ਕਹਿ ਰਹੇ ਹੋ ਕਿ ਰਿਜ਼ਵਾਨ ਨੇ ਤੁਹਾਡੇ ਨਾਲ ਕਾਫੀ ਟਾਈਮ ਗੁਜ਼ਾਰਿਆ ਹੈ, ਹਾਂਜੀ, ਉਹ ਕੈਸੀ ਸ਼ਖਸੀਅਤ ਸਨ? ਯਾਨੀ ਕਿ ਗੁੱਸੇ ਵਾਲੇ ਸਨ? ਕੋਈ ਲੜਾਈ ਝਗੜਾ ਹੁੰਦਾ ਨਾ, ਕੋਈ ਦੁਸ਼ਮਣੀ ਕੋਈ ਕਿਸੇ ਦੇ ਨਾਲ ਹੋਈ ਹੋਵੇ, ਜਾਂ ਤੁਸੀਂ ਕੀ ਕਹੋਗੇ? ਵੈਰੀ ਗੁੱਡ ਪਰਸਨ ਸੀ। ਮੈਂ ਕਹਿਣਾ ਪਿਆ ਜੀ, ਬੱਚੇ ਐਸੇ ਘੱਟ ਹੀ ਮਾਂ ਪਿਓ ਦੇ ਹੁੰਦੇ ਨੇ ਜਿਸ ਤਰ੍ਹਾਂ ਦਾ ਉਹ ਬੱਚਾ ਸੀ। ਤੁਸੀਂ ਮਹੱਲੇ 'ਚ ਬਾਹਰ ਨਿਕਲ ਕੇ ਪੁੱਛੋ ਜਰਾ ਮਹੱਲੇਦਾਰਾਂ ਨੂੰ, ਇੱਧਰੋਂ ਕਿਸੇ ਨਾਲ ਬੋਲਿਆ ਫਿਰ ਸਹੀ ਹੋ ਗਿਆ। ਘਰ ਦੀ ਬਲੈਡਾਂ ਗਲੀ ਮਹੱਲੇ ਦੀਆਂ ਖਰਾਬ ਨੇ, ਉਹਨੇ ਸਹੀ ਕਰ ਦੇਣੀਆਂ ਨੇ। ਇਹ ਮੈਂ ਨਵੀਂ ਆਈ ਏ, ਉਹਨੇ ਸਾਰੇ ਮਹੱਲੇ ਵਾਲਿਆਂ ਨੂੰ ਇਕੱਠਾ ਕਰਕੇ ਤੇ ਆਪਣਾ ਉਹਨੇ ਪਕਾ ਕੇ ਲੋਕਾਂ ਨੂੰ ਖਵਾ ਦੇਣਾ। ਸਹੀ, ਸ਼ੁਕਰ ਮੇਲਾ ਲਾ ਦੇਣਾ। ਸਹੀ ਕਿ ਯਾਰ ਮਾਸ਼ਾਅੱਲਾ, ਉਹਨੇ ਸਵੇਰ ਆਪਣਾ ਜਾਣਾ ਹੈ, ਆਪਣੀ ਗੱਡੀ ਲੈ ਕੇ ਉਹਨੇ ਆਪਣਾ ਫੇਰਾ ਲਾ ਕੇ 9 ਵਜੇ ਆ ਜਾਵੇ, 10 ਵਜੇ ਆ ਜਾਵੇ, ਉਹਨੇ ਆ ਕੇ ਆਪਣਾ ਘਰ ਤੇ ਜਾਂ ਜਿਹੜੇ ਯਾਰ ਦੋਸਤ ਨੇ ਦੇ ਜਿਹਨਾਂ ਨਾਲ ਲੈਟਣਾ ਕੰਮ ਕਰਦੇ ਇਹਨਾਂ ਕੋਲ ਜਾ ਕੇ ਉਹਨੇ ਬੈਠ ਜਾਣਾ। ਸਹੀ, ਕੋਈ ਫੇਰਾ ਹੈਗਾ ਤੇ ਉਹਨਾਂ ਨਾਲ ਰਾਤ ਨੂੰ ਫਿਰ ਚਲੇ ਜਾਣਾ। ਚਲ ਯਾਰ ਬੱਚੇ ਦਾ ਕੋਈ ਦੁੱਧ ਲੈ ਆਵਾਂਗਾ ਜਾ ਕੇ, ਕੋਈ ਸ਼ਹਿ ਲੈ ਆਵਾਂਗਾ ਜਾ ਕੇ। ਯਾਰ ਇਹ ਮਾਂ ਬੁੱਢੀ ਹੈ, ਬਾਪ ਬੁੱਢਾ ਹੈ, ਇਹਨਾਂ ਦੀ ਉਮਰ ਹੈਗੀ ਸੀ ਕਿ ਬੱਚੇ ਦੀ ਮੰਜੀ ਨੂੰ ਕੰਧਾ ਦੇ ਕੇ ਤੇ ਉਹਨੂੰ ਕਬਰਸਤਾਨ ਤੱਕ ਪਹੁੰਚਾ ਕੇ ਆਂਦੇ। ਮੈਂ ਉਹਨੂੰ ਆਪਣੇ ਹੱਥਾਂ ਨਾਲ ਕਬਰ 'ਚ ਪਾਇਆ। ਮੈਂ ਦਿਨ ਵੀ ਰੋਣਾ, ਮੈਂ ਰਾਤ ਵੀ ਰੋਣਾ ਕਿ ਯਾਰ ਕਿਹੜੀ ਦੁਸ਼ਮਣੀ ਸੀ ਤੁਹਾਡੀ ਉਸ ਦੇ ਨਾਲ, ਤੁਸੀਂ ਕਿਉਂ ਮਾਰਿਆ? ਤੁਹਾਨੂੰ ਪੈਸੇ ਚਾਹੀਦੇ ਨੇ ਯਾਰ, ਤੁਸੀਂ ਪੈਸੇ ਲੈ ਜਾਓ, ਗੱਡੀ ਚਾਹੀਦੀ ਹੈ ਗੱਡੀ ਲੈ ਜਾਓ, ਹੁਣ ਤੁਸੀਂ ਜਾਨੋ ਤਾਂ ਨਾ ਕਮ ਸੇ ਕਮ ਮਾਰੋ ਯਾਰ। ਜਾਨੀ ਨੁਕਸਾਨ ਤੇ ਸਾਡੀ ਜ਼ਿੰਦਗੀ ਅਸੀਂ ਨਹੀਂ ਪੂਰਾ ਕਰ ਸਕਦੇ, ਅਸੀਂ ਮਾਲੀ ਪੂਰਾ ਕਰ ਸਕਦੇ ਹਾਂ, ਅਸੀਂ ਕਿੱਥੋਂ ਪੂਰਾ ਕਰਾਂਗੇ? ਅਸੀਂ ਕਿੱਥੋਂ ਲਿਆਵਾਂਗੇ ਬੱਚਾ ਲੱਭ ਕੇ ਵਾਲਾ? ਕਾਨੂੰਨ ਕੋਲ ਸਾਡੀ ਇਹੀ ਰਿਕੁਐਸਟ ਹੈ, ਤੁਹਾਡੀ ਮਿਹਰਬਾਨੀ ਹੈ, ਤੁਹਾਡਾ ਚੀਫ ਜਸਟਿਸ ਸਾਹਿਬ ਨਾਲ ਵੀ, ਇਮਰਾਨ ਖਾਨ ਸਾਹਿਬ ਨਾਲ ਵੀ, ਹੈ ਜੀ। ਅੱਛਾ, ਉਸਮਾਨ ਬੁਜ਼ਾਰ ਸਾਹਿਬ ਨਾਲ ਵੀ। ਇੱਕ ਹਫਤਾ ਹੋ ਗਿਆ, ਪੁਲਿਸ ਕੀ ਕਰਦੀ ਪਈ ਹੈ? ਸਰ ਉਹ ਇਹੀ ਕਹਿੰਦੇ ਪਏ ਅਸੀਂ ਕਾਰਵਾਈ ਕਰਨੇ ਪਏ ਜੀ, ਅਸੀਂ ਕਿਸੇ ਹੱਦ ਤੱਕ ਪਹੁੰਚ ਚੁੱਕੇ ਹਾਂ, ਕਿਸੇ ਦਰਜੇ ਤੇ ਪਹੁੰਚ ਚੁੱਕੇ ਹਾਂ। ਅਸੀਂ ਬਸ ਤੁਸੀਂ ਦੁਆ ਕਰੋ, ਅੱਲਾਹ ਪਾਕ ਜਾ ਸਾਨੂੰ ਵੀ ਹਿੰਮਤ ਦੇਵੇ, ਅਸੀਂ ਵੀ ਆਪਣਾ ਜਿਹੜਾ ਨਾ ਇਸ ਫਰਜ਼ ਨੂੰ ਅੱਛੀ ਤਰ੍ਹਾਂ। ਮੈਂ ਕਿਹਾ ਜੀ ਤੁਹਾਡੀ ਵੀ ਦੁਨੀਆ ਅੱਛੀ ਹੈ, ਤੁਹਾਡੀ ਵੀ ਆਖਰਤ ਅੱਛੀ ਹੈ ਕਿ ਸਾਨੂੰ ਤੁਸੀਂ ਇਨਸਾਫ ਦਿਲਾਓਗੇ
ਔਰ ਤੁਸੀਂ ਵੀ ਸੁਰਖਰੂ ਹੋਵੋਗੇ। ਅਸੀਂ ਹੁਣ ਤੱਕ ਇਹ ਸੁਣਦੇ ਆਏ ਕਿ ਯਾਰ ਸਾਡੀ ਪੁਲਿਸ ਜਿਹੜੀ ਨਾ ਉਹ ਨਾਕਾਮ ਹੈ, ਇਨਸਾਫ ਨਹੀਂ ਮਿਲਦਾ। ਸਾਡੇ ਘਰ ਦੇ ਨੇ ਕਿਹਾ ਕਿੱਥੇ ਚੜੇ ਮਗਰ ਲੱਗੇ ਆ, ਤੁਸੀਂ ਕਿੰਨਾ ਮਗਰ ਲੱਗੇ ਹੋ, ਛੱਡ ਦਿਓ ਕੇਸ ਨੂੰ, ਦੱਬ ਦਿਓ ਨਾ। ਅਸੀਂ ਨਹੀਂ ਗੱਲ ਯਾਨੀ ਕਿ ਇੰਨੀ ਮਾਯੂਸੀਅਤ ਪਾਈ ਜਾਂਦੀ ਹੈ। ਬਿਲਕੁਲ ਇੰਨੀ ਮਾਯੂਸੀਅਤ ਦੀ ਕਿ ਮਾਯੂਸ ਅਸੀਂ ਬੋਲ ਕੋ ਕਹਿੰਦੇ ਨੇ ਸਾਨੂੰ ਨਹੀਂ ਚਾਹੀਦਾ, ਇਨਸਾਫ ਰਹਿਣ ਦਿਓ। ਮੈਂ ਕਿਹਾ ਨਹੀਂ, ਪਤਾ ਲੱਗਣਾ ਚਾਹੀਦਾ ਕਿ ਯਾਰ ਇਹ ਕਿਉਂ ਬੰਦੇ ਨੇ ਇਸ ਤਰ੍ਹਾਂ, ਕਿਹਨੇ ਕੀਤਾ ਇਸ ਤਰ੍ਹਾਂ। ਹਰ ਬੰਦਾ ਇਹ ਕਹਿੰਦਾ ਜੀ ਕੁਛ ਨਹੀਂ ਬਣਨਾ। ਅਗਰ ਡਕੈਤੀ ਹੁੰਦੀ ਤੇ ਮੋਬਾਈਲ ਉਹਦੇ ਕੋਲ ਖੋਇਆ ਜਾਂਦਾ, ਪੈਸੇ ਸਨ ਉਹਦੇ ਕੋਲ, ਗੱਡੀ ਸੀ, ਤੇ ਇਹਦਾ ਮਤਲਬ ਹੈ ਕਿ ਕੋਈ ਉਹਦੀ ਕੋਈ ਰੰਜਿਸ਼ ਸੀ ਜਾਂ ਕੋਈ ਗੁੱਸਾ ਸੀ ਕਿਸੇ ਨੂੰ ਜਾਂ ਇਸ ਤਰ੍ਹਾਂ ਦਾ ਕੋਈ, ਕਿਉਂਕਿ ਕਤਲ ਹੈ ਇਹ, ਡਕੈਤੀ ਦਾ ਤੇ ਮਾਮਲਾ ਹੈ ਨਹੀਂ ਹੈ ਕੁਝ। ਉਹਨਾਂ ਦੇ ਨਾਲ ਵੀ ਇਹਦੀ ਕੋਈ 16-17 ਸਾਲ ਤੋਂ ਉਹਨਾਂ ਦੇ ਨਾਲ ਦੋਸਤੀ ਹੈ, ਕੋਈ ਨਵੇਂ ਦੋਸਤ ਨਹੀਂ ਗਏ। ਬੰਦਾ ਕਹਿੰਦਾ ਯਾਰ ਚਲੋ ਨਵੇਂ ਜੋ ਮਾਰ ਦਿਨ ਹੋਏ ਨੇ, ਚਲੋ ਯਾਰ ਦੋਸਤ, ਪੁਰਾਣੇ ਦੋਸਤ ਨੇ, ਇਕੱਠਿਆਂ ਬੈਠਣਾ, ਖਾਣਾ ਪੀਣਾ, ਫਿਰਨਾ ਟੁਰਨਾ। ਸ਼ਾਮ ਨੂੰ ਕਿੰਨੇ ਵਜੇ ਇਕੱਠੇ ਹੁੰਦੇ ਸੋ ਤੁਸੀਂ ਜਦੋਂ ਆ ਜਾਂਦਾ ਸੀ? ਕਿੰਨੇ ਵਜੇ ਆ ਜਾਂਦਾ ਸੀ ਰਿਜ਼ਵਾਨ? ਰਿਜ਼ਵਾਨ ਜੀ ਤਕਰੀਬਨ ਉਹ ਸਵੇਰ ਦਾ ਟਾਈਮ ਹੈਗਾ, 9-10 ਵਜੇ ਘਰ ਹੁੰਦਾ ਹੈ। ਇਸ ਟਾਈਮ ਕੀ ਕਰਦੇ ਸੋ ਤੁਸੀਂ? ਇਸ ਟਾਈਮ ਉਹ ਜਾਣੀ ਕਿ ਦੋਸਤ ਦੁਕਾਨ ਜਾ ਕੇ ਬੈਠ ਗਏ, ਕੋਈ ਅਗਰ ਉਹਨਾਂ ਦਾ ਕੰਮ ਸ਼ਮ ਆਇਆ, ਕੋਈ ਫੇਰਾ ਪੂਰਾ ਆਇਆ, ਕੋਈ ਲੈਟ ਲੋਡ ਲੈ ਕੇ ਜਾਣੀ ਹੈ ਤੇ ਚਲਾ ਗਿਆ, ਨਹੀਂ ਤੇ ਉਹ ਘਰ ਹੀ ਹੈ। ਉਹਨੇ ਕਿੱਧਰ ਨਹੀਂ ਜਾਣਾ, ਉੱਥੇ ਵੇ ਜਾਂ ਘਰ। रिजवान के चाचा हमारे साथ मौजूद हैं, उनसे मैं बात करूंगा। सर माइक तुसी कुछ कहोगे रिजवान दे बारे जो कुछ हो रहा है, कह रहे हैं कि पुलिस बड़ी सुस्त रवैये का मुजाहरा कर रही है, की कहोगे सर? जी अस्सलाम वालेकुम। वालेकुम सलाम। सर अभी अजे तक ना सानू पुलिस को कोई रिस्पॉन्स नहीं मिल रहा, कोई किसी चीज़ का सानू नहीं पता कि कार्रवाई कर रहे ने नहीं कर रहे, सिर्फ तसली देंगे ने जाइए उत्थे कहते हैं ठीक है जी तुहाडा इंशाल्लाह नज़दीक है कुछ है ठीक। जो दो लड़के ने उन्होंने बुलाते हैं, ये नहीं पता थोड़ी देर वास्ते तफ्तीश करते छड़ देते हैं या को रखते हैं, कोई पता अच्छा। नहीं है। राती भी गया था उत्थे थाने, तो लड़के उत्थे एक सन दोनों, उन्हें कहा ये तफ्तीश कर रहे हैं, तो कोई बस वो ऐसे नहीं राम कहानियाँ सुना रहे हैं, कोई कुछ बस कोई जो कैमरे ने ये भी कहते हैं कुछ कि ना कुछ किसी को कुछ मिले, किसी को नहीं मिले कुछ, बस ऐसे नहीं करके कर रहे हैं, मगर ये तक कोई अच्छी खबर नहीं आ रही उन्होंने। ठीक है। अच्छा ਤੁਸੀਂ ਥਾਣੇ ਗਏ ਉਸ ਤੋਂ ਬਾਅਦ ਇਨਵੈਸਟੀਗੇਸ਼ਨ ਜਿਹੜਾ ਇੰਚਾਰਜ ਹੈ ਉਹਦਾ ਨਾਮ ਕੀ, ਉਹਨੂੰ ਮਿਲੇ ਹੋ ਤੁਸੀਂ? ਉਹ ਕੀ ਕਹਿੰਦਾ ਹੈ? ਉਲਫਤ ਹਯਾਤ ਸਾਹਿਬ ਨੇ ਜੀ, ਕੱਲ ਸ਼ਾਮ ਨੂੰ ਅਸੀਂ ਉਹਨਾਂ ਕੋਲ ਗਏ ਆ। ਇੱਕ ਦਿਨ ਪਹਿਲੇ ਅਸੀਂ ਕਾਫੀ ਮਾਸ਼ਾਅੱਲਾ ਕੋਈ 40-50 ਜਿੰਨੇ ਸਾਂ, ਲੇਕਿਨ ਨਾ ਅਸੀਂ ਕਿ ਨੈਕਸਟ ਡੇ ਅਸੀਂ ਜਦੋਂ ਗਏ ਅਸੀਂ ਕਿ ਯਾਰ ਨਹੀਂ 100 ਪਰਸਨਲ ਗੱਲਾਂ ਹੁੰਦੀਆਂ ਨੇ, ਅਸੀਂ ਕਿਸੇ ਆਪਣੇ ਗਲੀ ਮਹੱਲੇ ਨੂੰ ਜਾਂ ਕਿਸੇ ਨਾਲ ਅਸੀਂ 3-4 ਜਣੇ ਗਏ ਆ, ਜਾ ਕੇ ਉਹਨਾਂ ਨਾਲ ਬੈਠ ਕੇ ਗੱਲਬਾਤ ਕੀਤੀ ਹੈ। ਉਹਨਾਂ ਨੇ ਦੱਸਿਆ ਜੀ ਤੁਸੀਂ ਬੇਫਿਕਰ ਹੋ ਜਾਓ, ਅਸੀਂ ਆਪਣੀ ਕਾਰਵਾਈ ਕਰਨੇ ਪਏ ਆ, ਸਾਡੇ ਨਾਲੋਂ ਤੁਹਾਡੇ ਨਾਲ ਬਹੁਤੀ ਸਾਨੂੰ ਆਹ ਪਰੇਸ਼ਾਨੀ ਹੈ ਕਿ ਜੇ ਮਾਮਲਾ ਹੋਇਆ ਕਿਉਂ ਹੈ, ਸਾਡੇ ਵਾਸਤੇ ਵੀ ਹੈ, ਅੱਗੇ ਅਸੀਂ ਵੀ ਜਵਾਬ ਦੇ ਹੋਣਾ ਇਸ ਚੀਜ਼ ਦਾ, ਤੇ ਤੁਸੀਂ ਦੁਆ ਕਰੋ ਕਿ ਅੱਲਾਹ ਪਾਕ ਜ਼ਾਤ ਸਾਨੂੰ ਸਾਡੇ ਵਾਸਤੇ ਆਸਾਨੀਆਂ ਪੈਦਾ ਕਰੇ। ਤੁਸੀਂ ਬੇਫਿਕਰ ਹੋ ਕੇ ਜਾਓ, ਇਨਸ਼ਾਅੱਲਾ ਜਲਦ ਤੋਂ ਜਲਦ ਦੇ ਅਸੀਂ ਕਾਤਾਂ ਤੱਕ ਪਹੁੰਚਾਂਗੇ। ਤੇ ਅਸੀਂ ਬੈਠੇ ਨੇ ਥੋੜੀ ਦੇਰ ਹੋਰ ਸੀ, ਬੈਠ ਕੇ ਤੁਹਾਨੂੰ ਗੱਪਸ਼ਪ ਲਾ ਕੇ ਅਸੀਂ ਵਾਪਸ ਆ ਗਏ। ਇਹ ਗੱਲ ਤੇ ਇਹ ਬਾਤ ਹੈ। ये हमारे साथ इन्वेस्टिगेशन इंचार्ज है उल्फत साहब, क्या हाल है? तबीयत ठीक है आपकी? सेहत ठीक है? उल्फत साहब मैं 7 न्यूज़ से बिलाल खान बात कर रहा हूँ। अच्छा ये रिजवान नाम का शख्स कत्ल हुआ था, 2 बच्चों का बाप जो था ये शादरा टाउन में, सर क्या बना उसके केस का? अभी तक कुछ नहीं पता चला। अच्छा, कुछ चल रहा है। लेकिन वो तो कह रहे थे कि शुरू में ये बताया जा रहा था कि कोई डकैती का मामला है, लेकिन उससे कोई चीज़ भी नहीं ली गई थी, पिस्टल अपना मोबाइल भी उसी के पास था, पैसे भी थे, किसी ने कोई चीज़ नहीं ली। नहीं कोई चीज नहीं ली चला गया। अच्छा, तो कोई सीसीटीवी फुटेज सामने आई हो? नहीं अभी तक कोई नहीं, सीसीटीवी फुटेज तो आई है लेकिन नंबर नहीं आ रहा उनका। अच्छा, क्या नंबर प्लेट थे वो? नहीं तो बंदे आपने पहचाने हैं कि नहीं? पेशरफ्त कितनी हुई है सर इसमें? कोई पता नहीं चला अभी तक। वो ना सामने शेष जो है वो सही नजर नहीं आ रही, चादरें ली हुई थी उन्होंने। अच्छा, तो नादरा से कोई लिया है हेल्प आपने कि नहीं? नहीं अभी तक तो दादरा तो
तब पहुंचेंगे जब इधर से पिक्चर मिलेगी तो। अच्छा, ये मेरे साथ मौजूद है, उनके भाई है यहाँ पर, तो ये आपसे कोई सवाल करना चाहते हैं, कुछ सवाल करेंगे आप? जी वो कह रहे हैं हमें इंसाफ चाहिए, बस जितनी जल्दी हो सके हमारा मुलजम हमें हवालात में चाहिए। कोशिश कर रहे हैं, भरपूर कोशिश कर रहे हैं। अच्छा चलो जी, बहुत शुक्रिया जी, बहुत शुक्रिया। अच्छा, उल्फत साहब कह रहे हैं कि अंधेरा सी, उन्होंने चेहरे नहीं नज़र आ रहे, चादरां नहीं सन, की कहोगे सर? ਸਰ ਜੀ ਇਹ ਹੁਣ ਇਹਨਾਂ ਦੀ ਕਮਜ਼ਰਫੀ ਹੈ ਨਾ ਜੀ ਕਿ ਹਕੂਮਤ ਵਾਲਿਆਂ ਨੇ ਜਿਹੜੇ ਕੈਮਰੇ ਵਗੈਰਾ ਲਗਾਏ ਨੇ, ਤੇ ਤੁਸੀਂ ਕੈਮਰੇ ਕਿਉਂ ਲਗਾਏ ਨੇ? ਉਤਾਰ ਦੇ ਜਿਹੜੇ ਨਿਸ਼ਾਨ ਰੱਖਿਆ ਬਸ ਕਿ ਜਿਸ ਕੈਮਰੇ ਲਗਾਏ ਨੇ ਅਸੀਂ ਆਵਾਮ ਦਾ ਬੜੇ ਖੈਰ ਖਵਾਵਾਂ। ਅਗਰ ਕੈਮਰੇ ਲੱਗੇ ਨੇ ਤੇ ਉਹ ਨਾਈਟ ਵਿਜ਼ਨ ਨੇ, ਉਹਦੇ 'ਚ ਅਗਰ ਇੱਕ ਨਾਈਟ ਵਿਜ਼ਨ ਕੈਮਰੇ ਦਾ ਮਕਸਦ ਹੈ ਵੇ ਕਿ ਅੰਧੇਰੇ ਦੇ ਵਿੱਚ ਵੀ ਉਹ ਕਲੀਅਰ ਚੀਜ਼ ਨਜ਼ਰ ਆਉਣੀ ਚਾਹੀਦੀ। ਠੀਕ ਹੈ, ਤੇ ਉਹ ਨਹੀਂ ਨਜ਼ਰ ਆ ਰਹੀ ਤੇ ਉਹ ਕਹਿੰਦੇ ਨੇ ਜੀ ਅਸੀਂ ਉਹ ਜਿਹੜੀ ਬਾਈਕ ਤੇ ਆਏ ਨੇ ਉਹਦੇ ਵੀ ਨੰਬਰ ਨਹੀਂ ਪਿੱਛੇ ਲੱਗੇ, ਨੰਬਰ ਪਲੇਟ ਨਹੀਂ ਹੈ। ਤੁਸੀਂ ਗੱਲ ਸੁਣ ਲਈ ਹੈ ਸਾਰੀ ਜੋ ਕਹਿ ਰਹੇ ਹਾਂਜੀ, ਤੇ ਨੰਬਰ ਉਹਦੇ ਨਹੀਂ ਹੈਗੇ ਹੈ। ਤੇ ਉਹ ਬਸ ਉਹੀ ਗੱਲ ਹੈ ਜੀ, ਉਹ ਚਾਹੀਦਾ ਤੂੰ ਜਾ ਕੇ ਕਹਿੰਦੇ ਨੇ ਜੀ ਤੁਸੀਂ ਦੁਆ ਕਰੋ ਜੀ, ਦੁਆ ਕਰੋ ਜੀ, ਅਸੀਂ ਦੁਆ ਕਰਨੇ ਪਏ ਆ। ਮੈਂ ਸਮਝਣਾ ਕਿ ਅਗਰ ਦੁਨੀਆ ਤੇ ਅਗਰ ਇਨਸਾਨ ਨੂੰ ਇਨਸਾਫ ਨਾ ਮਿਲਦਾ ਤੇ ਰੋਜ਼ੇ ਮਹਿਸ਼ਰ ਤੇ ਇਨਸਾਫ ਮਿਲਣਾ ਹੀ ਮਿਲਣਾ ਹੈ। ਹਾਂਜੀ, ਉਹ ਬਿਲਕੁਲ ਮਿਲਣਾ ਹੈ। ਉਹ ਅੱਲਾਹ ਤਾਲਾ ਜ਼ਾਤ ਨੇ ਜਿਸ ਤਰ੍ਹਾਂ ਮੋਬਾਈਲ ਬੋਲਦੇ ਨਾ, ਵੀਡੀਓ ਬੋਲਦੀਆਂ ਨੇ ਕਿ ਜੀ ਇੰਜ, ਉਦੋਂ ਇਜ਼ਾਬ ਬੋਲ ਲੈਣੇ ਇਨਸਾਨ ਦੇ। ਇੱਕ ਇਨਸਾਨ ਦਾ ਕਤਲ ਕਰਨਾ ਮੈਂ ਸਮਝਣਾ ਕਿ ਪੂਰੀ ਇਨਸਾਨੀਅਤ ਦਾ ਕਤਲ ਹੈ। ਬਿਲਕੁਲ ਹਾਂਜੀ, ਤੇ ਕਤਲ ਕਦੀ ਛੁਪੇ ਨਹੀਂ ਰਹੇ। ਸਹੀ, ਜਿਹੜਾ ਵੀ ਬੰਦਾ ਹੋਏਗਾ, ਜਿਹੜਾ ਮਲਵਸ ਹੋਏਗਾ ਇਸ ਚੀਜ਼ ਦੇ ਵਿੱਚ, ਕੀ ਉਹ ਸਮਝਦਾ ਕਿ ਉਹਨੇ ਕੰਮ ਕਰਕੇ ਬੜਾ ਵੱਡਾ ਕੰਮ ਕਾਰਨਾਮਾ ਕਰ ਲਿੱਤਾ ਹੈ। ਬੇਬਸ ਬੰਦੇ ਨੂੰ, ਹੱਥੇ ਬੰਦੇ ਨੂੰ ਮਾਰ ਦੇਣਾ, ਕਤਲ ਕਰ ਦੇਣਾ, ਇਹ ਕਿੱਥੋਂ ਦੀ ਇਨਸਾਨੀਅਤ ਹੈ? ਇਹ ਕੋਈ ਇਨਸਾਨੀਅਤ ਨਹੀਂ ਹੈ। ਅੱਜ ਨਹੀਂ, ਕੱਲ ਨਹੀਂ, ਸਾਲ ਨੂੰ ਨਹੀਂ, ਉਹ ਬੰਦੇ ਸਾਹਮਣੇ ਨਾ ਆਉਣ, ਅੱਲਾਹ ਪਾਕ ਜ਼ਾਤ ਨੇ ਆਪੇ ਲਿਆਣੇ ਨੇ, ਅੱਲਾਹ ਨੇ ਆਪੇ ਲਿਆਣੇ। ਇੱਕ FIR ਇੱਥੇ ਹੋਈ ਹੈ, ਇਹਨਾਂ ਦੀਆਂ ਹਾਵਾਂ, ਇਹਨਾਂ ਦੀਆਂ ਬਾਦੂਆਂ, ਭੈਣਾਂ ਦੀਆਂ, ਭਰਾਵਾਂ ਦੀਆਂ, ਰਿਸ਼ਤੇਦਾਰਾਂ ਦੀਆਂ, ਉਹ ਰਾਏਗਾ ਨਹੀਂ ਜਾਣੀਆਂ। ਕਤਲ ਚ ਨਹੀਂ ਛੁਪਦਾ, ਨਹੀਂ ਛੁਪਦਾ, ਨਹੀਂ ਛੁਪਦਾ, ਬਿਲਕੁਲ। ਕਿਉਂਕਿ ਇੱਕ FIR ਉੱਤੇ ਵੀ ਹੋਈ ਹੈ ਨਾ, ਬਿਲਕੁਲ ਇੱਕ ਤੇ ਬਿਲਕੁਲ ਦੁਨੀਆ ਤੇ ਹੋ ਗਈ ਹੈ, ਇੱਕ FIR ਉੱਤੇ ਵੀ ਹੋ ਗਈ, ਬਿਲਕੁਲ ਹੋ ਗਈ। ਅਗਰ ਇੱਥੋਂ ਬਚ ਜਾਣਗੇ ਤੇ ਉਸ FIR ਤੋਂ ਕਿਸਰ ਬਚਣ। ਅੱਛਾ ਵਾਲਿਦ ਸਾਹਿਬ, अब ਤੁਸੀਂ ਕੁਝ ਕਹੋਗੇ ਹੋਰ? ਕੋਈ ਇਨਸਾਫ ਵਾਸਤੇ ਕੋਈ ਵਜ਼ੀਰ ਆਜ਼ਮ ਇਮਰਾਨ ਖਾਨ ਹੈ, ਸਾਡੇ ਮੁਲਕ ਦਾ ਵਜ਼ੀਰ ਆਜ਼ਮ ਹੈ, ਵਜ਼ੀਰ ਆਲਾ ਹੈ, ਮਾਈਕ ਉੱਤੇ ਕਰਕੇ ਕੋਈ ਤੁਹਾਡੀ ਆਵਾਜ਼ ਸੁਣ ਰਹੇ ਨੇ, ਚੱਲ ਰਿਹਾ ਇਸ ਟਾਈਮ ਤੁਸੀਂ ਮੇਰੇ ਕੋਲ ਨਹੀਂ ਕਿਤੇ ਜਾਇਆ ਜਾਂਦਾ, ਨਾ ਮੈਂ ਕਿਤੇ ਜਾ ਸਕਦਾ, ਨਾ ਮੇਰੀ ਜੀ ਪਹੁੰਚ ਸਮਝ ਆਈ। ਮੈਂ ਕਿਸੇ ਨਾ ਕਿਸੇ ਕੋਈ ਗੱਲ ਕਰ ਸਕਦਾ, ਪੜ੍ਹਨ ਆਦਮੀ ਹਾਂ, ਕੋਈ ਨੂੰ ਪਤਾ ਲੱਗਦਾ, ਕੋਈ ਨੂੰ ਨਹੀਂ ਪਤਾ ਲੱਗਦਾ, ਮੈਂ ਕੀ ਗੱਲ ਕਰਨੀ? ਹੋਏ ਤੁਸੀਂ ਇਨਸਾਫ ਵੀ ਮੰਗ ਸਕਦੇ ਹੋ ਨਾ ਉਹਨਾਂ ਕੋਲੋਂ। ਇਨਸਾਫ ਮੈਂ ਕਹਿ ਰਿਹਾ ਬਾਬੇ ਨੂੰ ਇਨਸਾਫ ਮਿਲਣਾ ਚਾਹੀਦਾ ਹੈ। ਠੀਕ ਹੈ, ਇਸ ਤਰ੍ਹਾਂ ਮੰਗੀ ਇਨਸਾਫ ਮਿਲਣਾ। ਥੋੜੇ ਦਿਨ ਪਹਿਲੇ ਬਲਾਲ ਯਾਸੀਨ ਸਾਹਿਬ ਨਾਲ ਜਿਹੜਾ ਵਕੂਆ ਹੋਇਆ, ਹਾਂ ਬਿਲਕੁਲ, ਲਾਹੌਰ ਦੇ ਵਿੱਚ, ਲਾਹੌਰ 'ਚ ਹੋਇਆ ਨਾ ਜੀ, ਉਹ ਬੰਦੇ ਬੜੇ ਫਟਾਫਟ ਫੜੇ ਗਏ ਨੇ। ਕਿਉਂ? ਪਾਵਰਫੁਲ ਆਦਮੀ ਐਸੇ ਲਈ, ਅਸੀਂ ਕਮਜ਼ੋਰ ਹਾਂ, ਸਾਡੇ ਪਿੱਛੇ ਕੋਈ ਪੈਰਵਾਈ ਕਰਨਾ ਨਹੀਂਗਾ, ਉਹ ਠੀਕ ਹੈ ਯਾਰ ਛੱਡੋ, ਇਹ ਕੀੜੇ ਮਕੌੜੇ ਨੇ। ਹਾਂਜੀ, ਉਹ ਜ਼ਰਾ ਕੋ ਸਟੈਂਡਰਡ ਦੇ ਲੋਕ ਨੇ, ਮਾਲਦਾਰ ਲੋਕ ਨੇ, ਉਹਨਾਂ ਦੇ ਬੰਦੇ ਫੜੇ ਗਏ, ਸਾਡੇ ਬੰਦੇ फड़े नहीं जाते पए। गरीब आदमी के लिए इस मुल्क में जो इदारे वो सुस्त रवैये का शिकार रहते हैं, और अगर किसी पैसे वाले का या किसी ऊपर सीट वाले का कोई मसला बन जाए तो फिर FIA भी अलर्ट हो जाती है, और उसके साथ साथ तमाम जितने भी इदारे हैं कानून नाफिज करने वाले जो इदारे हैं वो अलर्ट हो जाते हैं। लेकिन इन गरीबों की फरियाद नहीं सुनी जाती, इनको थाने में ही जलील और रुस्वा कर दिया जाता है। और अब पूरा हफ्ता हो गया है रिजवान को इस दुनिया से गए हुए, लेकिन उसके मुलजिमान अभी तक आज़ाद घूम रहे हैं। इसी चीज़ की ये फरियाद कर रही हैं। हमने ये तकरीबन आधा घंटा बात की, लेकिन सबसे ज़्यादा बात हमने पुलिस को डिस्कस किया कि पुलिस बहुत ही सुस्त चल रही है इस केस को लेकर। इन्वेस्टिगेशन इंचार्ज तो फरमा रहे हैं कि जी हमने देखा तो है, फुटेज में चेहरे नज़र नहीं आ रहे, चादरें ली थी, नंबर प्लेट, मेन चीज़ें तो आपने देखी नहीं, तो फिर देखा क्या आपने? ऐसे ये तो फिर ये जाहिर होता है कि आपने बाइक का जो साया है वो देखा है। नाइट विजन कैमरे हैं, आप नादरा से हेल्प लें, आप 2021 जनवरी 2021 से लेकर दिसंबर 2021 तक 498 मर्डर सिर्फ लाहौर में हुए, और ये सिलसिला 2021 तक नहीं रुका, 2022 में भी ये सिलसिला चल रहा है। अभी एक हफ्ते के दौरान 10 मर्डर हो चुके हैं लाहौर में। इसका जिम्मेदार कौन है? पुलिस गश्त नहीं करती रातों को, नाके तो लगते हैं लेकिन गरीबों को लूटने के लिए, गरीबों को परेशान करने के लिए। जो मेहनत मजदूरी करके रात को घर आते हैं सिर्फ उनको परेशान किया जाता है, लेकिन उन नाकों का मकसद क्या है जिसमें डाकू आज़ाद हो, कातिल आज़ाद हो, और जो जराइम पेशा अफराद हो वो आज़ाद हो। सर ਹੁਣ ਮਜ਼ੀਦ ਤੁਸੀਂ ਕੀ ਚਾਹੋਗੇ ਕਿ ਕੀ ਹੋਣਾ ਚਾਹੀਦਾ? ਸਰ ਮੈਂ ਸਮਝਣਾ ਵਾ, ਅਗਰ ਚਾਹੋ ਨਾ ਤੇ ਅਸਲਾ ਜਿਹੜਾ ਨਾ ਅਸਲਾ ਉਹ ਸਿਰਫ ਫੌਜ ਕੋ ਤੇ ਪੁਲਿਸ ਕੋਲ ਹੋਣਾ ਚਾਹੀਦਾ ਹੈ। ਇੱਕ ਆਮ ਬੰਦੇ ਕੋ ਅਸਲਾ ਹੋਣਾ ਨਹੀਂ ਚਾਹੀਦਾ। ਜਿੱਥੇ ਇਹਨਾਂ ਨੂੰ ਆਪਣਾ ਫਾਇਦਾ ਹੁੰਦਾ ਹੈ ਉੱਥੇ ਹਰ ਚੀਜ਼ ਬਿਆਨ ਕਰ ਦਿੰਦੇ ਨੇ, ਜਿੱਥੇ ਫਾਇਦਾ ਨਹੀਂ ਉਹਨੂੰ ਓਪਨ ਕਰ ਦਿੰਦੇ ਨੇ। ਇੱਕ ਆਮ ਬੰਦੇ ਦਾ ਕੀ ਤੁਕ ਬੰਦਾ ਪਿਸਤੌਲ ਲੈ ਕੇ ਬਾਹਰ ਫਿਰਨਾ? ਮੈਂ ਇੱਕ ਆਮ ਸ਼ਹਿਰੀ ਹਾਂ,
ਮੇਰਾ ਤੁੱਕ ਹੀ ਨਹੀਂ ਬੰਦਾ ਬਾਹਰ ਪਿਸਤੌਲ ਲਾ ਕੇ ਫਿਰਨਾ, ਕਿਉਂ ਪਿਸਤੌਲ ਦਿੱਤਾ ਗਿਆ ਆਮ ਸ਼ਹਿਰੀ ਨੂੰ? ਜਿੰਨੇ ਇਹਦੇ ਬੰਦੇ ਨੇ ਕੀ ਉਹਨੂੰ ਕਹਿੰਦੇ ਨੇ ਪੁਲਿਸ ਜਿਹੜਾ ਕੀ ਪਿਸਤੌਲ ਦਾ ਜਿਹੜਾ ਦਿੰਦੇ ਨੇ ਬਣਾ ਕੇ ਲਾਇਸੈਂਸ ਲਾਇਸੈਂਸ ਦਿੰਦੇ ਨੇ, ਕਿਉਂ ਬਣਾ ਕੇ ਦਿੰਦੇ ਨੇ? ਹਾਂਜੀ, ਫਿਰ ਇਹਦਾ ਮਤਲਬ ਹਰ ਘਰ ਦਾ ਜਿਹੜਾ ਫੜਦੇ ਉਹ ਆਪਣੇ ਘਰ 2-2 3-3 ਪਿਸਟਲ ਫਿਰ ਰੱਖੇ ਆਪਣੇ ਘਰਾਂ ਦੇ ਵਿੱਚ ਨਾ ਜੀ, ਆਪਣੀ ਸੇਫਟੀ ਵਾਸਤੇ ਜੀ, ਜਿਸ ਤਰ੍ਹਾਂ ਲੈਂਡ ਉਹਨਾਂ ਨੇ ਰੱਖੇ ਨੇ। ਮੈਂ ਵੀ ਲਾਇਸੈਂਸ ਜੇ ਵੀ ਪਾ ਕੇ 2 ਪਿਸਤੌਲ ਲਾ ਕੇ ਬਾਜ਼ਾਰ ਦੇ ਫਿਰਨਾ ਵਾ, ਜਿਹੜਾ ਮੇਰੇ ਨਾਲ ਚੂਚਾ ਕਰੇਗਾ ਮੈਂ ਵੀ ਗੋਲੀ ਮਾਰ ਦਿਆਂਗਾ, ਮੇਰੇ ਕੋਲ ਲਾਇਸੈਂਸ ਹੈਗਾ। ਹਾਂਜੀ ਸਰ ਜੀ, ਗੱਲ ਇਹ ਨਹੀਂ ਬੱਚਾ ਉਹ ਦੁਨੀਆ ਚਲਾ ਗਿਆ, ਗੱਲ ਇਹ ਹੈਗੀ ਹੈ ਕਿ ਯਾਰ ਦਾ ਅੱਗੋਂ ਮਜ਼ੀਦ ਨਾ ਇਹ ਵਾਕਿਆ ਤੋਂ ਹੋਣ, ਅੱਗੋਂ ਮਜ਼ੀਦ ਇਹਨੂੰ ਸਖਤੀ ਕਰੋ ਯਾਰ। ਤੁਹਾਡੇ ਕੋਲ ਕਾਨੂੰਨ ਹੈ, ਤੁਹਾਡੇ ਕੋਲ ਹਰ ਚੀਜ਼ ਦੀ ਪਾਵਰ ਹੈ। ਇਮਰਾਨ ਖਾਨ ਸਾਹਿਬ ਤੁਸੀਂ ਇਸ ਟਾਈਮ ਪਾਵਰ ਵਿੱਚ ਆਏ ਹੋ, ਉਸ ਦੀ ਤੁਹਾਨੂੰ ਚਾਹੀਦਾ ਕਿ ਮੁਲਕ ਨੂੰ ਬਜਾਏ ਕਿ चीज़ें रोकनियाँ तो मजीद वादियाँ भी हैं। खान साहब ने तो कहा था कि डी चौक में खड़े होकर के पंजाब पुलिस को मैं ठीक करूंगा, सबसे पहले मैं पंजाब पुलिस को ठीक करूंगा, उसके बाद मैं बाकी काम करूंगा। लेकिन पंजाब पुलिस तो वैसी की वैसी, अगर खान साहब इस पुलिस को ठीक नहीं कर सके तो फिर कौन आएगा इस पुलिस को ठीक करने के लिए? सर देखिए जी, इंसान को चांस ज़िंदगी में एक बार ही मिलता है, बार बार हुकूमतें आने जाने वाली बातें हैं। हुकूमतें आज इमरान खान साहब है, कल नवाज शरीफ साहब है, परसों जरदारी साहब है, चौथ कोई और है। अल्लाह ने अगर मौका दिया ना मुल्क की खिदमत करने का तो उसकी खिदमत करें आप। दुनिया में भी आप सुरखरू होंगे और आखिरत में भी होंगे। आज तक लोगों को लोग याद करते हैं जुल्फ़िकार अली भुट्टो को, फैसल को, कि यार ये लोग आए थे, ये लीडर थे यार। लियाकत अली खान को, ये लीडर थे यार। इन्होंने आज तक लोग उनको याद करते हैं कि ये मुल्क के खैर ख्वाह थे। पैसा, गाड़ियाँ, ये प्रोटोकॉल, ये चीज़ें आज हैं कल नहीं हैं, लेकिन जो आप दुनिया में अच्छा काम करके जाएंगे वो मरते दम तक आपके साथ रहेगा। अल्लाह को भी खुश होगा और अल्लाह की मखलूक भी खुश होगी। तो अल्लाह का वास्ता है आपको ये अपने मुल्क को ठीक करें। ये सारी ज़िंदगी हमें इन्हीं चक्करों में डाल रखोगे। कभी कोई चीज़ महंगी होगी, कभी कुछ महंगा हो गया, कभी ये हो गया, कभी वो हो गया, कभी किसी का मॉडल हो गया, कभी किसी का, ये चीज़ें सारी ज़िंदगी चलती रहनी है, हमने देखते रहना है। मेरी 40 साल उम्र हो गया, हम लोग यही देख रहे हैं कि हमारे हम थक हार के अपना मुल्क छोड़ के, अपने 20 बजे छोड़ के हम बाहर के मुल्कों में जाकर काम कर रहे हैं। हमें वहाँ पर गालियाँ भी पड़ती हैं, लोग बुरा भला भी कहते हैं। चलो यार, हमारी औलाद तो अच्छा खा रही है, वो अच्छा पहन रही है, क्या हमारे मुल्क में ये वसाइल हो तो हम लोग बाहर के मुल्कों में जाएं? 35-40 साल इनको हो गया बाहर सऊदीया में रहते हुए, मुझे 20 साल हो गए रहते हुए। छुट्टी आए हुए हम लोग, ओवरसीज हम लोग यहाँ पे ये चीज़ें देखने के लिए आए थे। दिल नहीं करता यकीन करे, दिल करता है अपनी हर चीज़ बेच के ना, अपना घर बार बेच के हम उन्हीं मुल्कों में चले जाएं। लेकिन वो मुल्क वाले भी जो है ना, वो भी कहते हैं बस ठीक है भाई, हमें ही दो, हमें ही खिलाओ। अगर हमारे मुल्कों में ये चीज़ें हों, हम कभी अपना घर छोड़ के वहाँ इंसाफ है ना, फौरन इंसाफ मिलता है जी, मिलता है, वहाँ में इंसाफ मिलता है। मैंने अपनी इन आंखों से देखा है। जो मुल्क का बादशाह है, उसके भतीजे ने, उससे कत्ल हो गया, उन्होंने कहा जी ये पैसे ले गए, इसकी हर चीज़ खत्म कर दो। उन्होंने कहा नहीं जी, इसका हमारे कानून में क्या है, इसकी कत्ल का बदला कत्ल है। उन्होंने इसको सजाए मौत दी। इंसाफ मौके पर इंसाफ मिला, जिसको इंसाफ मिला हमें खुशी हुई। मैं कहा यार वाह जी वाह, ये है इंसाफ। तो हमारे मुल्कों में कई लोग ऐसे हैं, कई एक नहीं, कई लोग ऐसे हैं जिन्होंने 15-15, 20-20, 50+ मेडल किए हुए हैं। वो सड़कों में घूम रहे हैं, फिर रहे हैं, उनको लोग इज्जत देते हैं। वही इन्हें 10 मारे नहीं यार, सर तुम इतने आगे बैठो, ओए साहब बस लस्सी लेके आए, पहलवान आदमी है। बदमाश और बदमाश को हम लोग इज्जत देते हैं। क्रिमिनल की यहाँ पर इज्जत है हमारे मुल्क में। तो इज्जत देने वाला कौन है? हम लोग खुद हैं। पुलिस खुद ही बता देती है आपको, रास्ते बता देगी कि इस FIR का ये रास्ता है, ऐसे निकालो, ये वकील करो, बिल्कुल ये दफात लगेगी, अगर इस तरह करोगे तो जमानत आपकी फौरन हो जाएगी। हमारे थानों में इंसाफ से ज्यादा ये कुछ बताया जाता है। बिल्कुल सर, ऐसा ही है, ऐसा ही है। अच्छा, अब आखिर में बताएं कि आप सऊदी अरब से तो आए हैं, अब क्या कहेंगे खान साहब के लिए? आपने तो वहाँ पर भी बैठ कर उम्मीदें लगाई होंगी खान साहब से, क्योंकि ओवरसीज पाकिस्तानियों ने जितना साथ इमरान खान का दिया है, मेरा नहीं ख्याल कि किसी और लीडर का दिया हो। भाईजान, हमने ज़िंदगी की पहली और आखिरी गलती कर दी है इमरान खान साहब को वोट डाल के। अच्छा, इन्होंने हमें जो बातें की हैं इमरान खान साहब ने, उसके ऊपर मुझे कोई भी बता दे कि यार इन दूसरे के ऊपर बर्डन डालते हैं जी। पहले वज़ीर आज़म ने महंगाई कर दी, उसके उन्होंने कर्जे लिए हुए थे, हम वो उसको उतार रहे हैं, ये कर रहे हैं, वो कर रहे हैं। यार अब मुझे ये बताओ, जो आदमी मिडिल क्लास है, जो बंदा जो गरीब है, महंगाई आप कर रहे हो, करते जाओ। क्या मजदूर की दिहाड़ी 1000 से 2000 हुई है? नहीं हुई, वहीं पर वो वहीं पे है ना, वहीं पर है। वो अपने बच्चों को पढ़ा सकता है, वो अच्छा खाना खिला सकता है। मैं बस आखिर में यही कहना चाहता हूँ, काइंडली अपने वज़ीर आज़म इमरान खान साहब से, वज़ीर आला पंजाब उस्मान बज़ार साहब से, चीफ जस्टिस साहब से, कि हमें इसका इंसाफ दे। ये बूढ़े माँ बाप देखें, ये आपकी तरफ देख रहे हैं और मुंतज़र है कि हमें आज नहीं कल नहीं इंसाफ मिलेगा। तो आपके आने का बहुत बहुत शुक्रिया, थैंक यू सो मच।
ਖਾਨ ਸਾਹਿਬ ਅੱਗੇ ਅਪੀਲ ਕਰੋ, ਕੈਮਰਾ ਤੁਹਾਡੇ ਸਾਹਮਣੇ ਹੈ ਕਿ ਮੁਲਜ਼ਮ ਜਲਦੀ ਫੜੇ ਜਾਣ। ਸਾਨੂੰ ਇਨਸਾਫ ਚਾਹੀਦਾ ਹੈ, ਜਿਸ ਤਰ੍ਹਾਂ ਵੀ ਦਿਓ ਸਾਨੂੰ ਇਨਸਾਫ ਦਿਓ। ਮੇਰੇ ਬੱਚੇ ਦਾ ਖੂਨ ਸੜਕਾਂ ਤੇ ਰੁਲ ਗਿਆ ਹੈ, ਸਾਨੂੰ ਇਨਸਾਫ ਲੈ ਕੇ ਦਿਓ। इंसाफ सन चाहिए बस, और सन कुछ नहीं। रिजवान तो अब हमारे बीच नहीं है, माँ बाप उनके बूढ़े हैं और वही वाली वारिस था, बच्चों का कमा कर लाता था, दिन को निकलता था, रात को आता था, बच्चों के लिए वो मेहनत मजदूरी करता था। और अब हम हमारे बीच नहीं है। अब करना क्या है, अब जो भी करना है पुलिस ने करना है, अब इन इदारों ने करना है। इनको अब इंसाफ चाहिए। इंसाफ इसलिए चाहिए क्योंकि मुल्ज़िमान अब तक रिजवान को कत्ल करने के बाद आज़ाद घूम रहे हैं। जिस माशरे में इंसाफ नहीं होगा वो माशरा तरक्की भी नहीं करेगा, यानी कि वहाँ पर अमन व अमान भी ख़राब होगा। आप ये जनवरी से लेकर अब तक के जो लाहौर की सूरत हाल आप देख रहे हैं वो गंभीर है। मर्डर हो रहे हैं, कहीं पर खातून कत्ल हो रही है, कहीं पर नौजवान कत्ल हो रहा है, कहीं पर बच्चा कत्ल हो रहा है, लेकिन जराइम बढ़ते जा रहे हैं लाहौर में। आईजी साहब को ख़ास कर नोटिस लेना चाहिए। आईजी साहब को तमाम थानों के मुलाजिमीन को, SHOs को हिदायत जारी करनी चाहिए, बल्कि की भी होगी। अगर ये लोग नीति के साथ काम करें, गश्त करें, ईमानदारी के साथ नाके लगाकर, ईमानदारी के साथ छापे मारकर, रेड्स कर कर, पैसों के बजाय ईमानदारी को तरजीह दे, तो मुल्ज़िमान बहुत जल्द पकड़े जाते हैं। और ऐसा हुआ भी है। ऐसे कई ऑफिसर्स मौजूद हैं लाहौर शहर में भी जो मिनटों में मुल्ज़िम को ट्रेस करते हैं और पकड़ लेते हैं, लेकिन अभी तक इनका मुल्ज़िम आज़ाद घूम रहा है। तो मैं फिर यही कहूँगा, जिस माशरे में इंसाफ ना हो वो माशरा तरक्की नहीं करता। तो आज के हिसाब में सिर्फ इतना ही। अगले प्रोग्राम तक के लिए मुझे, मेरी टीम को दीजिएगा इजाज़त। अल्लाह हाफिज़।